ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਗੁਰਚਰਨਾਂ ਨਾਲ ਜੋੜਦੇ ਹੋਏ ਗੁਰਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਇਆ ਅੰਦਰ ਪਾਪ ਪੁੰਨ ਦੋਵੇਂ ਭਾਈ, ਦੋਹੀ ਮਿਲ ਕੇ ਸ੍ਰਿਸ਼ਟੀ ਉਪਾਈ। ਦੋ ਮੈਂ ਮਾਰ ਜਾਏ ਇਕਤ ਘਰ ਆਪੈ ਆਵੈ। ਗੁਰਮਤਿ ਸਹਿਜ ਸਮਾਵਣਿਆ, ਦੋ ਮੈਂ ਮਾਰ ਜਾਏ ਇਕਤ ਘਰ ਆਵੈ। ਗੁਰਮਤਿ ਸਹਿਜ ਸਮਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਸ ਸ਼ਬਦ ਦੇ 4 ਪਦੇ ਆਪਾਂ ਪਿਛਲੇ ਦਿਨੀ ਸਰਵਣ ਕੀਤੇ ਸੀ। ਅਗਲੇ 4 ਪਦਿਆਂ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਕਿ ਸ੍ਰਿਸ਼ਟੀ ਕਿਵੇਂ ਬਣੀ। ਇਹ ਜੋ ਸ੍ਰਿਸ਼ਟੀ ਅਸੀਂ ਦੇਖ ਰਹੇ ਹਾਂ ਇਸ ਦੀ ਉਤਪਤੀ ਕਿਵੇਂ ਹੋਈ। ਤੇ ਪਾਤਸ਼ਾਹ ਜੀ ਕਹਿੰਦੇ ਪਾਪ ਤੇ ਪੁੰਨ ਦੇ ਕਾਰਨ। ਜਦੋਂ ਕਿਸੇ ਦੇ ਪਾਪ ਜ਼ਿਆਦਾ ਹੁੰਦੇ ਆ ਪੁੰਨ ਘੱਟ ਹੁੰਦੇ ਆ ਤਾਂ ਪਸ਼ੂਆਂ ਦੀ ਜੂਨੀ ਪੈਦਾ ਹੁੰਦੀ ਆ। ਪਸ਼ੂਆਂ ਦੇ ਸਰੀਰ ਉਸ ਜੀਵ ਨੂੰ ਮਿਲਦੇ ਆ। ਜਦੋਂ ਕਿਸੇ ਦੇ ਪਾਪ ਘੱਟ ਹੋਣ ਪੁੰਨ ਜ਼ਿਆਦੇ ਹੋਣ ਤਾਂ ਦੇਵ ਲੋਕ ਦੀ ਜੂਨੀ। ਤੇ ਜਿਸ ਦੇ ਪੁੰਨ ਤੇ ਪਾਪ ਬਰਾਬਰ ਹੋ ਜਾਣ ਉਹਨਾਂ ਨੂੰ ਮਨੁੱਖਾ ਜੂਨੀ ਮਿਲਦੀ ਆ ਪਰਮੇਸ਼ਰ ਵਿੱਚ ਮਿਲਣ ਵਾਸਤੇ। ਪਰ ਇਹਨਾਂ ਤੋਂ ਵੀ ਅੱਗੇ ਚੌਥਾ ਪੁਆਇੰਟ ਹੈ ਜਿਹਦਾ ਪਾਪ ਪੁੰਨ ਤੋਂ ਉੱਚਾ ਉੱਠ ਕੇ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ ਉਹ ਇਹਨਾਂ ਤਿੰਨਾਂ ਜੂਨੀਆਂ ਨੂੰ ਕੱਟ ਜਾਂਦਾ ਹੈ। ਜੰਮਣਾ ਮਰਨਾ ਖਤਮ ਕਰ ਜਾਂਦਾ ਹੈ ਅਤੇ ਪਰਮੇਸ਼ਰ ਦੇ ਵਿੱਚ ਜਾ ਮਿਲਦਾ। ਕਾਇਆ ਅੰਦਰ ਪਾਪ ਪੁੰਨ ਦੋਵੇਂ ਭਾਈ, ਦੋਹੀ ਮਿਲ ਕੇ ਸ੍ਰਿਸ਼ਟੀ ਉਪਾਈ। ਇਹਨਾਂ ਦੋਹਾਂ ਨੇ ਹੀ ਰਲ ਕੇ
ਦੁਨੀਆ ਨੂੰ, ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਆਪਾਂ ਅਗਰ ਇਸ ਚੱਕਰ 'ਚੋਂ ਨਿਕਲਣਾ ਹੈ, ਜੰਮਣ ਮਰਨ ਦੇ ਚੱਕਰ 'ਚੋਂ ਨਿਕਲਣਾ ਹੈ, ਤਾਂ ਗੁਰੂ ਦੇ ਗਿਆਨ ਦੀ ਲੋੜ ਹੈ, ਗੁਰਮਤਿ ਦੀ ਲੋੜ ਹੈ। ਪਾਤਸ਼ਾਹ ਕਹਿੰਦੇ ਦੋਵੇਂ ਮਾਰ ਜਾਏ ਇਕਤ ਘਰੇ ਆਵੇ। ਪਾਪ ਪੁੰਨ ਤੋਂ ਉੱਚੇ ਉੱਠ ਕੇ, ਪਾਪ ਤਾਂ ਕਰਨੇ ਹੀ ਨਹੀਂ, ਤੇ ਪੁੰਨ ਕਰਕੇ, ਚੰਗੇ ਕਰਮ ਕਰਕੇ ਉਹਨਾਂ ਦਾ ਫਲ ਨਹੀਂ ਮੰਗਣਾ, ਕਿਉਂਕਿ ਜੇ ਮੰਗੋਗੇ ਤਾਂ ਮਿਲੂਗਾ। ਜਿਵੇਂ ਗੁਰਚਰਨਾਂ ਦੇ ਵਿੱਚ ਸੇਵਾ ਕਰਕੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੇ ਕੋਈ ਇੱਥੇ ਆਣ ਕਰਕੇ ਗੁਰੂ ਪਿਆਰਿਓ ਚੰਗੇ ਕਰਮ ਕਰਕੇ ਸੰਸਾਰ ਦੀਆਂ ਵਸਤੂਆਂ ਮੰਗਦਾ ਹੈ ਤੇ ਉਹ ਮਿਲਦੀਆਂ। ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ। ਉਸ ਦਾ ਧਰਮ ਸਭ ਤੋਂ ਉੱਚਾ ਹੈ ਜਿਹੜਾ ਚੰਗੇ ਕਰਮ ਕਰਕੇ ਵੀ ਹੰਕਾਰ ਨਾ ਕਰੇ, ਉਹਨਾਂ ਦਾ ਫਲ ਨਾ ਮੰਗੇ, ਨਿਸ਼ਕਾਮ ਭਾਵਨਾ ਦੇ ਨਾਲ ਕਰੇ। ਕਰਮ ਕਰਤ ਹੋਵੇ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੇ ਕੋਈ ਨਿਸ਼ਕਾਮ ਭਾਵਨਾ ਨਾਲ ਕਰਮ ਕਰਦਾ, ਕਰਮ ਚੰਗੇ ਕਰਦਾ, ਪਰ ਉਹਨਾਂ ਦਾ ਫਲ ਨਹੀਂ ਚਾਹੁੰਦਾ, ਮਾੜੇ ਕਰਮ ਤਾਂ ਕਰਦਾ ਹੀ ਨਹੀਂ, ਚੰਗੇ ਕਰਦਾ, ਚੰਗੇ ਕਰਕੇ ਉਹਨਾਂ ਦਾ ਫਲ ਨਹੀਂ ਚਾਹੁੰਦਾ, ਤਾਂ ਪਰਮੇਸ਼ਰ ਉਹਨੂੰ ਆਪਣੇ ਵਿੱਚ ਮਿਲਾ ਲੈਂਦਾ। ਤਾਂ ਇਹਨਾਂ ਦੋਵਾਂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ? ਦੋਵੇਂ ਮਾਰ ਜਾਏ ਇਕਤ ਘਰੇ ਆਵੇ। ਦੋਹਾਂ ਨੂੰ ਮਾਰ ਕੇ ਇੱਕ ਘਰ ਦੇ ਵਿੱਚ ਚਲਿਆ ਜਾਵੇ, ਭਾਵ ਗੁਰਮਤਿ ਵਿੱਚ ਆ ਜਾਵੇ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਉਹਨਾਂ ਦੋਨਾਂ ਅਵਸਥਾਵਾਂ ਤੋਂ ਉੱਚਾ ਉੱਠ ਜਾਵੇ ਤਾਂ ਇਕਤ ਘਰ ਭਾਵ ਮਾਲਕ ਦੇ ਨਾਲ ਜੁੜ ਜਾਵੇ। ਇਕਤ ਘਰ ਮਤਲਬ ਆਪਣੇ ਆਪੇ ਦੇ ਅੰਦਰ ਚਲਿਆ ਜਾਵੇ, ਆਪਣੇ ਆਪੇ ਨਾਲ ਜੁੜ ਜਾਵੇ। ਗੁਰਮਤਿ ਗੁਰੂ ਦੀ ਮੱਤ ਲੈ ਲਵੇ। ਸਹਿਜ ਸਮਾਵਨਿਆ ਇਉਂ ਹੌਲੀ ਹੌਲੀ ਸਹਿਜ ਅਵਸਥਾ ਵਿੱਚ ਮਿਲ ਜਾਂਦਾ। ਘਰ ਹੀ ਮਾਹੇ ਦੂਜੈ ਭਾਏ ਉਨੇਰਾ। ਤੇ ਗੁਰੂ ਪਿਆਰਿਓ ਅਸੀਂ ਪਾਪ ਤੇ ਪੁੰਨ ਦੋਨੇ ਕਰਦੇ ਕਾਹਦੇ ਕਾਰਨ? ਅਗਿਆਨਤਾ ਵਸ। ਕਈ ਵਾਰੀ ਮਨੁੱਖ ਦੇ ਕੋਲੋਂ ਪਾਪ ਜਿਹੜਾ ਹੈ ਉਹ ਵੀ ਅਗਿਆਨਤਾ ਵਾਸੀ ਹੁੰਦਾ ਹੈ। ਅਗਿਆਨਤਾ ਕਿਵੇਂ ਆਉਂਦੀ ਆ? ਗਿਆਨ ਕਿਵੇਂ ਖਤਮ ਹੁੰਦਾ ਹੈ? ਹੰਕਾਰ ਦੇ ਕਾਰਨ, ਪੰਜਾਂ ਵਿਕਾਰਾਂ ਦੇ ਕਾਰਨ। ਜਦ ਮਨੁੱਖ ਦੇ ਦਿਮਾਗ 'ਤੇ ਹੰਕਾਰ ਭਾਰੂ ਹੁੰਦਾ ਹੈ ਤੇ ਹੰਕਾਰ ਦੇ ਨਾਲ ਜਦੋਂ ਕ੍ਰੋਧ ਰਲ ਜਾਂਦਾ ਹੈ ਤੇ ਮਨੁੱਖ ਕਿਸੇ ਨਾ ਕਿਸੇ ਦੀ ਹੱਤਿਆ ਕਰ ਦਿੰਦਾ ਲੜਾਈ ਕਰਕੇ। ਉਹਨੂੰ ਪਾਪ ਕਹਿੰਦੇ ਆਪਾਂ, ਹੱਤਿਆ ਕਰਨਾ। ਪਰ ਕੀਤਾ ਕਦੋਂ? ਜਦੋਂ ਗਿਆਨ ਨੇ ਸਾਥ ਨਹੀਂ ਦਿੱਤਾ। ਜਿਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨੁੱਖ ਵੱਡੇ ਕਦਮ ਚੱਕ ਲੈਂਦਾ ਹੈ, ਭਾਵ ਕਿਸੇ ਬੱਚੇ ਦੀ, ਕਿਸੇ ਮਨੁੱਖ ਦੀ, ਕਿਸੇ ਸਕੇ ਭੈਣ ਭਰਾ ਦੀ, ਸਕੇ ਪੁੱਤਰ ਦੀ, ਸਕੇ ਧੀ ਦੀ ਹੱਤਿਆ ਕਰ ਦਿੰਦਾ। ਉਹ ਪਾਪ ਹੈ ਕਿਸੇ ਨੂੰ ਮਾਰਨਾ। ਪਰ ਉਹ ਪਾਪ ਨੂੰ ਕਦੋਂ ਕੀਤਾ? ਜਦੋਂ ਮਨੁੱਖ ਦੇ ਅੰਦਰ ਗਿਆਨ ਨਾ ਰਿਹਾ, ਅਗਿਆਨਤਾ ਆ ਗਈ। ਅਗਿਆਨਤਾ ਕਦੋਂ ਆਈ? ਜਦੋਂ ਬੁੱਧੀ 'ਤੇ ਹੰਕਾਰ ਦਾ ਪ੍ਰਭਾਵ ਪੈ ਗਿਆ। ਜਦੋਂ ਹੰਕਾਰ ਦੇ ਨਾਲ ਕ੍ਰੋਧ ਰਲ ਗਿਆ ਤੇ ਹੱਤਿਆ ਕਰਤੀ। ਜਦੋਂ ਹੰਕਾਰ ਦੇ ਨਾਲ ਕਾਮ ਰਲ ਗਿਆ ਤੇ ਬੇਅਦਬੀ ਕਰਤੀ ਕਿਸੇ ਇਸਤਰੀ ਦੀ। ਜਦੋਂ ਹੰਕਾਰ ਦੇ ਨਾਲ ਮੋਹ ਰਲ ਗਿਆ ਤਾਂ ਫਿਰ ਆਪਣੇ ਬੱਚਿਆਂ ਦੇ ਮੋਹ ਵਿੱਚ ਫਸਿਆ ਹੋਇਆ ਬੰਦਾ ਅਨੇਕਾਂ ਲੋਭ ਲਾਲਚ ਕਰਕੇ ਠੱਗੀਆਂ ਮਾਰਦਾ, ਉਹਨੂੰ ਵੀ ਪਾਪ ਕਹਿੰਦੇ ਆ। ਹੱਕ ਭਰਾਇਆ ਨਾਨਕਾ ਉਹ ਸੂਰ ਉਸ ਗਾਏ। ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਹਿੰਦੂ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ।
ਤੇ ਇਹਨਾਂ ਦੋਨਾਂ ਦੀ ਗੁਰੂ ਜਾਂ ਪੀਰ ਹਾਮੀ ਨਹੀਂ ਭਰਦਾ, ਕਿਉਂਕਿ ਇਹ ਪਰਾਇਆ ਹੱਕ ਖਾਂਦੇ। ਇਸ ਕਰਕੇ ਕੋਈ ਮੋਹ ਮਮਤਾ ਵਿੱਚ ਆ ਕੇ, ਆਪਣੇ ਬੱਚਿਆਂ ਦੀ ਮੋਹ ਮਮਤਾ ਵਿੱਚ ਆ ਕੇ ਬੱਚਿਆਂ ਨੂੰ ਪਾਲਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਠੱਗੀਆਂ ਮਾਰਦਾ, ਲੋਭ ਲਾਲਚ ਕਰਦਾ। ਇਹ ਸਾਰਾ ਕੁਝ ਕੀਤਾ ਅਗਿਆਨਤਾ ਵਸ। ਤੇ ਅਗਿਆਨਤਾ ਪੈਦਾ ਕੀਤੀ, ਜਿਵੇਂ ਕੋਈ ਦੀਵੇ ਦੇ 4 ਛਪੇਰੇ ਪਰਦਾ ਕਰਕੇ ਕਹੇ ਲਾਈਟ ਨਹੀਂ ਆ ਰਹੀ। ਪਰਦਾ ਵੀ ਆਪਾਂ ਹੀ ਕੀਤਾ, ਪਰਦਾ ਚੱਕ ਦਿਓ, ਲਾਈਟ ਹੋ ਜੂ, ਪ੍ਰਕਾਸ਼ ਹੋ ਜੂ, ਗਿਆਨ ਹੋ ਜੂਗਾ। ਹੰਕਾਰ ਛੱਡ ਦਿਓ ਤੇ ਪੰਜੇ ਵਿਕਾਰ ਹੀ ਹਟ ਜਾਣਗੇ, ਗਿਆਨ ਹੋ ਜੂਗਾ ਕੀ ਚੰਗਾ ਕੀ ਮਾੜਾ। ਚੰਗੇ ਮਾੜੇ ਦੀ ਸੋਝੀ ਆ ਗਈ ਤੇ ਮਾੜਾ ਕਰਨਾ ਬੰਦ ਕਰ ਦਿੱਤਾ, ਚੰਗਾ ਕਰਨ ਲੱਗਿਆ। ਪਰ ਚੰਗੇ ਨੂੰ ਕਰਕੇ ਉਹਦਾ ਫਲ ਨਾ ਮੰਗਣਾ। ਚੰਗਾ ਤੇ ਮਾੜਾ ਦੋਨੇ ਹੀ ਮਾਨੋ ਜੀਵ ਦੇ ਲਈ ਬੰਧਨ ਹਨ। ਮਾੜਾ ਕਰਕੇ ਤਾਂ ਪ੍ਰਤੱਖ ਹੀ ਪਤਾ ਹੈ ਵੀ ਸਜ਼ਾ ਭੋਗਣੀ ਪੈਣੀ ਆ, ਤੇ ਚੰਗਾ ਕਰਕੇ ਜਦ ਉਹਦਾ ਫਲ ਮੰਗਦੇ ਹਾਂ ਤੇ ਉਹ ਵੀ ਭੋਗਣਾ ਪੈਂਦਾ ਹੈ। ਭੋਗਣ ਵਾਸਤੇ ਉਹਦੀ ਵੀ ਇੱਕ ਸਜ਼ਾ ਹੈ। ਮਾਨੋ ਕੋਈ ਰਾਜਾ ਕਿਸੇ ਮਨੁੱਖ ਨੂੰ ਸੋਨੇ ਦੀਆਂ ਬੈੜੀਆਂ ਪਾ ਕੇ ਕੈਦ ਕਰ ਦੇਵੇ ਤੇ ਉਹਨੂੰ ਸੋਨੇ ਦਾ ਕੀ ਗੁਰੂ ਪਿਆਰਿਓ ਫਾਇਦਾ? ਵੱਜੇਗਾ ਤਾਂ ਉਹ ਕੈਦੀ ਹੀ ਨਾ। ਜੇ ਕਿਸੇ ਕੈਦੀ ਨੂੰ ਸੋਨੇ ਦੇ ਸੰਗਲ ਨਾਲ ਬੰਨ੍ਹ ਦਈਏ ਤੇ ਫਿਰ ਵੀ ਤਾਂ ਕੈਦੀ ਆ। ਇਹ ਮਾਨੋ ਪੁੰਨ ਹੈ। ਜੇ ਕਿਸੇ ਨੂੰ ਲੋਹੇ ਦੀਆਂ ਸੰਗਲਾਂ ਨਾਲ, ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਿਠਾ ਦੇਵੇ ਫਿਰ ਵੀ ਉਹ ਕੈਦੀ ਵੱਜੇਗਾ। ਇਹ ਪੁੰਨ ਦੀ। ਗੁਰੂ ਪਿਆਰਿਓ, ਇਹ ਪਾਪ ਦੀ ਬੇੜੀ ਹੈ। ਸੋਨੇ ਦੀਆਂ ਨਦੀਆਂ, ਸੋਨੇ ਦੀਆਂ ਬੇੜੀਆਂ ਉਹ ਪੁੰਨ ਦਾ ਫਲ ਹੈ, ਤੇ ਲੋਹੇ ਦੀਆਂ ਬੇੜੀਆਂ ਪਾਪ ਦਾ ਫਲ ਹੈ। ਤੇ ਦੋਨਾਂ ਨੂੰ ਹੀ ਭੋਗਣ ਵਾਸਤੇ ਮਾਤ ਲੋਕ ਵਿੱਚ ਬਾਰ-ਬਾਰ ਜਨਮ ਲੈਂਦੇ ਪੈਂਦੇ ਆ। ਇਸੇ ਕਰਕੇ ਪਾਪ ਤੇ ਪੁੰਨ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਗੁਰੂ ਪਿਆਰਿਓ, ਜੀਵਾਂ ਦਾ ਤਾਂ ਪਤਾ ਹੀ ਨਹੀਂ ਕਿਹੜੇ ਕਿਹੜੇ ਨਿੱਤ ਨਵੇਂ ਜੀਵ ਪਰਮੇਸ਼ਰ ਪੈਦਾ ਕਰਦਾ। ਨਵੀਆਂ ਜੂਨਾਂ ਨਿਕਲ ਆਉਂਦੀਆਂ ਸਾਹਮਣੇ। ਬਹੁਤ ਸਾਰੀਆਂ ਪੁਰਾਣੀਆਂ ਜੂਨਾਂ ਖਤਮ ਹੋ ਗਈਆਂ। ਜਿਵੇਂ ਡਾਇਨਾਸੌਰ ਹੈ, ਅੱਜ ਦਿਖਾਈ ਨਹੀਂ ਦਿੰਦਾ। ਇੱਕ ਡਰੈਗਨ ਜਨਮ ਹੁੰਦਾ ਸੀਗਾ, ਪਸ਼ੂ ਹੁੰਦਾ ਸੀਗਾ ਜਿਹਦਾ ਮੂੰਹ 'ਚੋਂ ਲਾਟ ਅੱਗ ਕੱਢਦਾ ਸੀ, ਉਹ ਵੀ ਨਹੀਂ ਦਿਖਾਈ ਦਿੰਦਾ। ਪਰ ਅੱਜ ਨਿੱਤ ਨਵੀਆਂ ਜੂਨਾਂ ਪੈਦਾ ਹੋ ਰਹੀਆਂ ਹੈ। ਤੇ ਹੋਰ ਤਾਂ ਹੋਰ, ਜੇ ਮਨੁੱਖ ਦੇ ਸਰੀਰਾਂ ਵਿੱਚ ਵੇਖੀਏ, ਕਈ ਲੋਕਾਂ ਦੇ ਮਨੁੱਖ ਜਾਮੇ ਵਿੱਚ ਵੀ ਡਿਫੈਕਟ ਹੁੰਦਾ। ਇੱਕ ਧੜ 'ਤੇ ਕਈ ਵਾਰੀ 2 ਸਿਰ ਲੱਗੇ ਹੁੰਦੇ ਆ, 2 ਬੱਚੇ ਜੁੜੇ ਹੁੰਦੇ ਆ। ਇਹ ਸਾਰੇ ਕਰਮਾਂ ਦੇ ਫਲ ਮਨੁੱਖ ਨੂੰ ਮਿਲਦੇ ਹਨ ਜਿਹੜੇ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਸਾਡੇ ਸਰੀਰ ਦੇ ਵਿੱਚ ਪਾਪ ਤੇ ਪੁੰਨ ਦੋਨੇ ਹੀ ਰੱਖੇ ਆ, ਕਿਉਂਕਿ ਇਹਨਾਂ ਦੋਹਾਂ ਦੇ ਮੇਲ ਦੇ ਨਾਲ ਹੀ ਸ੍ਰਿਸ਼ਟੀ ਬਣਦੀ ਆ। ਇਹ ਪਰਮੇਸ਼ਰ ਨੇ ਇੱਕ ਜੁਗਤ ਬਣਾਈ ਆ। ਪਰ ਜਿਹੜੇ ਗੁਰਮੁਖ ਹੁੰਦੇ ਆ, ਗੁਰੂ ਦਾ ਮਾਰਗਦਰਸ਼ਨ ਲੈ ਜਾਂਦੇ ਆ, ਗੁਰੂ ਦੀ ਸਿੱਖਿਆ ਲੈ ਲੈਂਦੇ ਆ, ਉਹ ਇਹਨਾਂ ਦੋਹਾਂ ਤੋਂ ਉੱਚੇ ਉੱਠ ਕੇ ਨੇਕੀ ਤਾਂ ਕਰਦੇ ਆ, ਚੰਗੇ ਕਰਮ ਤਾਂ ਕਰਦੇ ਆ, ਉਹਦਾ ਫਲ ਨਹੀਂ ਮੰਗਦੇ ਤੇ ਮਾੜਾ ਕਰਦੇ ਨਹੀਂ। ਦੋਵੇਂ ਮਾਰ ਜਾਏ ਇਕਤ ਘਰ ਆਵੇ, ਗੁਰਮਤਿ ਸਹਿਜ ਸਮਾਵਣਿਆ। ਇਉਂ ਗੁਰਮਤਿ ਅਨੁਸਾਰ ਚਲਦਿਆਂ ਹਲਦਿਆਂ ਸਹਿਜੇ ਹੀ ਮਨੁੱਖ ਪਰਮੇਸ਼ਰ ਵਿੱਚ ਮਿਲ ਜਾਂਦਾ। ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਚਾਨਣ ਹੋਵੇ ਛੋੜੈ ਹਉਮੈ ਮੇਰਾ। ਜਿਵੇਂ ਕੋਈ ਦੀਵੇ ਨੂੰ ਓਹਲਾ ਕਰ ਲਵੇ ਤੇ ਹਨੇਰਾ ਹੋ ਜਾਂਦਾ, ਇਸੇ ਤਰ੍ਹਾਂ ਮਨੁੱਖ ਨੇ ਆਪਣੇ ਗਿਆਨ ਤੇ ਹੰਕਾਰ ਦਾ ਪਰਦਾ ਪਾਤਾ ਤੇ ਗਿਆਨ ਲੁਕ ਗਿਆ ਹੈ ਵਿੱਚ ਹੀ। ਤੇ ਗੁਰੂ ਹੰਕਾਰ ਨੂੰ ਪਾਸੇ ਕਰਕੇ ਫਿਰ ਗਿਆਨ ਕਰਾ ਦਿੰਦਾ। ਇਹ ਗੁਰੂ ਦੇ ਕੋਲੇ ਪਾਵਰ ਆ। ਕਈ ਵਾਰੀ ਸਿੱਖਾਂ ਨੂੰ ਵੀ ਹੰਕਾਰ ਹੋ ਜਾਂਦਾ ਤੇ ਗੁਰੂ ਤੁਰੰਤ ਉਹਨਾਂ ਦੇ ਹੰਕਾਰ ਨੂੰ ਦੂਰ ਕਰਦਾ। ਜਿਸ ਤਰ੍ਹਾਂ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਤਸੀਹੇ ਦੇ ਰਿਹਾ ਸੀ, ਉਹਨਾਂ ਦੇ ਨਾਲ 5 ਸਿੱਖ ਸਨ। ਭਾਈ ਜੇਠਾ, ਲੰਗਾਹਾ, ਪਿਰਾਣਾ
ਆਦਿ। ਇਹਨਾਂ 'ਚੋਂ ਇੱਕ ਸਿੱਖ ਕਹਿਣ ਲੱਗਿਆ, ਮਹਾਰਾਜ ਤੁਸੀਂ ਕਿਉਂ ਤਵੀ 'ਤੇ ਬੈਠ ਕੇ ਦੁੱਖ ਝੱਲਦੇ ਹੋ, ਮੈਨੂੰ ਆਗਿਆ ਦਿਓ, ਮੈਂ ਚੰਦੂ ਦਾ ਖਾਤਮਾ ਕਰ ਦਿਆਂ। ਜੇ ਕਹੋ ਤਾਂ ਲਾਹੌਰ ਦੇ ਦਿੱਲੀ ਦੀ ਇੱਟ ਨਾਲ ਇੱਟ ਪੜ੍ਹਾ ਸਕਦਾ, ਇੰਨੀ ਤਾਕਤ ਆ। ਸਤਿਗੁਰੂ ਅਰਜਨ ਦੇਵ ਜੀ ਨੇ ਕਈ ਵਾਰੀ ਸਮਝਾਇਆ ਵੀ ਤੁਸੀਂ ਚੁੱਪ ਕਰਕੇ ਬੈਠ ਜਾਓ ਅਤੇ ਵੇਖੋ ਕੀ ਹੋ ਰਿਹਾ। ਆਪਾਂ ਇਹਨੂੰ ਕੁਛ ਨਹੀਂ ਕਹਿਣਾ, ਇਹਦਾ ਫਲ ਆਪੇ ਭੋਗੇਗਾ। ਜਦੋਂ ਸਿੱਖ ਨੇ ਕਿਹਾ ਜੀ ਮੈਨੂੰ ਆਗਿਆ ਦਿਓ, ਜੇ ਕਹੋ ਤਾਂ ਮੈਂ ਦਿੱਲੀ ਅਤੇ ਲਾਹੌਰ ਨੂੰ ਪੜ੍ਹਾ ਦਿਆਂ। ਅਤੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਇੰਨੀ ਸ਼ਕਤੀ ਕਿੱਥੋਂ ਲਈ ਆ? ਕਹਿੰਦਾ ਜੀ ਤੁਹਾਡੀ ਸੇਵਾ 'ਚੋਂ ਹੀ। ਕਹਿੰਦੇ ਫਿਰ ਮੇਰੇ ਕੋਲ ਕਿਹੜਾ ਮੁੱਕੀ ਆ, ਪਰ ਆਪਾਂ ਹੁਣ ਸ਼ਕਤੀ ਵਰਤਣੀ ਨਹੀਂ, ਆਪਾਂ ਨਵਾਂ ਕਰਮ ਬਣਾਉਣਾ ਹੀ ਨਹੀਂ। ਇਹ ਮਾੜੇ ਕਰਮ ਕਰਦਾ ਹੈ, ਇਹਦੇ ਕਰਮਾਂ ਦਾ ਫਲ ਇਹਨੂੰ ਜ਼ਰੂਰ ਮਿਲੇਗਾ ਅੱਗੇ ਚੱਲ ਕੇ, ਪਰ ਤੁਸੀਂ ਐਵੇਂ ਸਿਪਾਹੀਆਂ ਦੀ ਝਟਕਾ ਨਾ ਖਾਓ, ਪਰੇ ਹੋ ਕੇ ਬੈਠੇ ਰਹੋ। ਤੋ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਤਿਗੁਰੂ ਤੇਗ ਬਹਾਦਰ ਜੀ ਦੇ ਕੋਲ ਇੱਕ ਸਿੱਖ ਨੇ ਵੀ ਕਿਹਾ ਸੀ, ਮਹਾਰਾਜ ਮੈਨੂੰ ਆਗਿਆ ਦਿਓ। ਕਹਿੰਦੇ ਤੂੰ ਇੰਨੀ ਸ਼ਕਤੀ ਕਿੱਥੋਂ ਲਈ? ਜਿਹੜੇ ਮਹਾਰਾਜ ਤੁਸੀਂ ਗੰਨੇ ਚੂਪ ਕੇ ਛਿਲਕ ਸਿੱਟੇ ਸੀ, ਉਹ ਛਿਲਕ ਅਸੀਂ ਚੂਪ ਲਏ, ਉਹਨਾਂ ਨਾਲ ਇੰਨੀ ਪਾਵਰ ਆ ਗਈ। ਪਾਤਸ਼ਾਹ ਕਹਿੰਦੇ ਆਪਾਂ ਕੁਛ ਨਹੀਂ ਕਰਨਾ, ਆਪਾਂ ਸਹਿਜ ਸੁਭਾਅ ਸ਼ਹੀਦੀ ਦੇਣੀ ਹੈ। ਇਸ ਦਾ ਫਲ ਕੀਤੇ ਕਰਮਾਂ ਦਾ ਫਲ ਆਪਦਿਆਂ ਦਾ ਆਪੇ ਭੋਗਣਗੇ ਦੁਸ਼ਟ, ਆਪਾਂ ਨੂੰ ਕੋਈ ਲੋੜ ਨਹੀਂ ਹੈ। ਕਹਿਣ ਤੋਂ ਭਾਵ ਹੈ ਜਦੋਂ ਮਨੁੱਖ ਨੂੰ ਕੋਈ ਸ਼ਕਤੀ ਮਿਲਦੀ ਹੈ, ਕੋਈ ਪਾਵਰ ਮਿਲਦੀ ਹੈ, ਜਿਵੇਂ ਕਹਾਵਤ ਹੈ ਤਪੋ ਰਾਜ ਰਾਜ ਤੋਂ ਨਰਕ। ਆ ਰਾਜਿਆਂ ਨੂੰ ਅੱਜ ਕੱਲ੍ਹ ਮੰਤਰੀ ਆ, MLA ਆ, ਮੰਤਰੀ ਆ, PM ਹੈ, CM ਹੈ, ਆਦਿ ਆਦਿ। ਇਹਨਾਂ ਨੂੰ ਕੁਰਸੀਆਂ ਮਿਲ ਗਈਆਂ। ਕੁਰਸੀਆਂ ਨੂੰ ਪ੍ਰਾਪਤ ਕਰਕੇ ਹੰਕਾਰ ਆ ਗਿਆ। ਹੰਕਾਰ ਆਉਣ 'ਤੇ ਹੀ ਗਿਆਨ 'ਤੇ ਪਰਦਾ ਪੈ ਗਿਆ, ਬੁੱਧੀ ਮਾਰੀ ਗਈ, ਮੱਤ ਬੰਦ ਹੋ ਗਈ। ਹੁਣ ਇਹ ਆਪਣੀ ਮਨਮੱਤ ਨਾਲ ਚੱਲਦੇ ਆ। ਜਿਹੜੀ ਗੁਰਮਤ ਵਾਲੀ ਗੱਲ ਸੀ, ਗਿਆਨ ਵਾਲੀ ਗੱਲ ਸੀ, ਉਹ ਤਾਂ ਛੁਪ ਗਈ ਆ, ਲੁਕ ਗਈ ਹੈ। ਹੁਣ ਇਹ ਆਪਣੀ ਮਨਮੱਤ ਨਾਲ ਚੱਲ ਕੇ ਕਿਸੇ ਨੂੰ ਦੁਖੀ ਕਿਸੇ ਨੂੰ ਸੁਖੀ ਕਰਦੇ ਆ। ਤਾਂ ਇਹਦੇ ਨਾਲ ਕੀ ਹੁੰਦਾ? ਉਹ ਚੰਗੇ ਅਤੇ ਮਾੜੇ ਕਰਮਾਂ ਨੂੰ ਤਿਆਰ ਕਰ ਰਹੇ ਨੇ, ਅਤੇ ਉਹਨਾਂ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਤਪੋ ਰਾਜ, ਅਤੇ ਰਾਜ ਤੋਂ ਬਾਅਦ ਨਰਕ ਤਿਆਰ ਹੈ। ਤਪੱਸਿਆ ਕਰਕੇ, ਭਗਤੀ ਕਰਕੇ, ਚੰਗੇ ਕਰਮ ਕਰਕੇ ਮਨੁੱਖ ਬਣਿਆ। ਮਨੁੱਖ ਬਣਾ ਕੇ ਵੀ ਅੱਗੇ ਗਾਂ ਰਾਜਾ ਦੇਤਾ, ਪਾਵਰਾਂ ਦੇਤੀਆਂ, ਸ਼ਕਤੀਆਂ ਦੇਤੀਆਂ, ਪਰ ਰਾਜ ਭਾਗ ਦੇ ਵਿੱਚ ਜਾ ਕੇ ਮੱਤ ਮਾਰੀ ਗਈ, ਦਿਮਾਗ 'ਤੇ ਪੜਦਾ ਪੈ ਗਿਆ। ਪੜਦਾ ਪੈਂਦਿਆਂ ਹੀ ਸਭ ਕੁਝ ਭੁੱਲ ਗਿਆ, ਪਰਮੇਸ਼ਰ ਨੂੰ ਭੁੱਲ ਗਿਆ। ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਚਾਨਣ ਹੋਵੇ ਛੋੜੈ ਹਉਮੈ ਮੇਰਾ। ਪ੍ਰਗਟ ਸ਼ਬਦ ਹੈ ਸੁਖਦਾਤਾ, ਅਣਦੇ ਨਾਮ ਧਿਆਵਨਿਆ। ਇਹ ਚਾਨਣ ਭਾਵ ਗਿਆਨ ਕਦੋਂ ਹੋਇਆ? ਜਦੋਂ ਪੰਜਾਂ ਵਿਕਾਰਾਂ ਤੋਂ ਬਾਹਰ ਨਿਕਲਿਆ, ਹੰਕਾਰ ਛੱਡਿਆ। ਤੇ ਇਹ ਹੰਕਾਰ ਨੂੰ ਕੌਣ ਦੂਰ ਕਰਦਾ? ਸ਼ਬਦ। ਤੇ ਸ਼ਬਦ ਕਿਹੜਾ? ਜਿਹਦਾ ਗੁਰੂ ਨੇ ਦਿੱਤਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜਿਹੜਾ ਵਾਹਿਗੁਰੂ ਮੰਤਰ ਸਾਨੂੰ ਪਾਤਸ਼ਾਹ ਨੇ ਦਿੱਤਾ, ਜਦ ਉਹਨੂੰ ਜਪਣਾ ਸ਼ੁਰੂ ਕੀਤਾ, ਮਨੁੱਖ ਦਾ ਦਿਮਾਗ ਐਕਟੀਵੇਟ ਹੋਇਆ, ਦਿਮਾਗ ਖੁੱਲ੍ਹਿਆ, ਦਿਮਾਗ ਤੋਂ ਅਗਿਆਨਤਾ ਦੇ, ਹੰਕਾਰ ਦੇ ਪਰਦੇ ਦੂਰ ਹੋ ਗਏ। ਪ੍ਰਗਟ ਸ਼ਬਦ ਹੈ ਸੁਖਦਾਤਾ, ਅਣਦੇ ਨਾਮ ਧਿਆਵਨਿਆ। ਇਹ ਸ਼ਬਦ ਸੁੱਖ ਦੇਣ ਵਾਲਾ ਹੈ, ਕਿਉਂਕਿ ਸੁੱਖ ਗਿਆਨ ਦੇ ਵਿੱਚ ਹੈ। ਜਿਹੜੇ ਜੋਗੀ ਬਣ ਕੇ, ਵੱਡੇ ਵੱਡੇ ਰਾਜੇ, ਗੋਰਖਨਾਥ ਦੇ ਚੇਲੇ ਬਣ ਕੇ ਜੰਗਲਾਂ ਨੂੰ ਚਲੇ ਗਏ, ਘਰ-ਬਾਰ ਤਿਆਗ ਕੇ, ਰਾਜ ਭਾਗ, ਰਾਣੀਆਂ, ਮਹਿਲ ਸਭ ਕੁਝ ਛੱਡ ਕੇ, ਉੱਥੇ ਜਾ ਕੇ ਦੁਖੀ ਹੋਏ। ਕਹਿੰਦੇ ਯਾਰ ਇੱਦੋਂ ਤਾਂ ਗ੍ਰਸਤੀ ਠੀਕ ਸੀਗੇ। ਐਵੇਂ ਗੋਰਖਨਾਥ ਮਗਰ ਲੱਗ ਕੇ ਕੰਨ ਪਾੜ ਕੇ ਮੁੰਦਰਾਂ ਪਾਲੀਆਂ, ਘਰੇ ਐਸ਼ ਕਰਦੇ ਸੀ। ਕਿਹੜਾ ਰੱਬ ਮਿਲਣਾ ਸੀ? ਸਾਨੂੰ ਤਾਂ ਕੋਈ ਮਿਲਿਆ ਨਹੀਂ। ਅਤੇ ਗ੍ਰਸਤੀ ਵੀ ਦੁਖੀ ਆ, ਇਹ ਕਹਿੰਦੇ ਅਸੀਂ ਵੀ ਦੁਖੀ ਹਾਂ। ਗ੍ਰਸਤੀ ਜੀਵਨ ਨੂੰ ਛੱਡ ਕੇ ਤਾਂ ਉਹ ਜੋਗੀ ਬਣੇ ਸੀ ਵੀ ਸ਼ਾਇਦ ਉੱਧਰ ਸੁੱਖ ਮਿਲੇਗਾ, ਪਰ ਨਹੀਂ ਮਿਲਿਆ।
ਤੋ ਸਿਆਣੇ ਬੰਦਿਆਂ ਨੇ ਕਿਹਾ, ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਗ੍ਰਸਤੀ ਜੀਵਨ ਵਾਲੇ ਵੀ ਦੁਖੀ ਆ, ਜੋਗੀ ਵੀ ਦੁਖੀ ਆ ਜਿਹਨਾਂ ਨੇ ਗ੍ਰਸਤ ਧਾਰਨ ਨਹੀਂ ਕੀਤਾ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਵਿੱਚ ਸੁੱਖ ਆ। ਤੋ ਵੱਡੇ ਵੱਡੇ ਜਿਹੜੇ ਡੇਰੇ ਬਣਾ ਕੇ ਬੈਠੇ ਸੀ ਸਾਧ, ਸਹੂਲਤਾਂ ਦਾ ਕੋਈ ਅੰਤ ਨਹੀਂ ਸੀਗਾ, ਪਰ ਦਿਮਾਗ ਨਹੀਂ ਵਰਤਿਆ, ਗਿਆਨ ਨਹੀਂ ਵਰਤਿਆ। ਗਿਆਨ 'ਤੇ ਤਾਂ ਹੰਕਾਰ ਦਾ ਪੜਦਾ ਪੈ ਗਿਆ, ਫਿਰ ਗਿਆਨ ਕਿੱਥੋਂ ਆਵੇ? ਗਿਆਨ ਵਾਲਾ ਭਾਂਡਾ ਤਾਂ ਨੱਪਿਆ ਗਿਆ ਧਰਤੀ 'ਚ, ਹੰਕਾਰ ਥੱਲੇ। ਅਤੇ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਦਾ ਕਤਲੇਆਮ ਕੀਤਾ। ਆਪਣੀ ਪੈਂਠ ਪਾਉਣ ਵਾਸਤੇ ਪਤਾ ਨਹੀਂ ਕਿੰਨੇ ਲੋਕਾਂ ਦੇ ਨਾਲ ਮਨਮਰਜ਼ੀਆਂ ਕੀਤੀਆਂ, ਬਦਕਾਰੀਆਂ ਕੀਤੀਆਂ। ਹੁਣ ਕਹਿਣ ਨੂੰ ਤਾਂ ਘਰੋਂ ਸਾਧ ਬਣ ਕੇ ਨਿਕਲੇ ਸੀ ਨਾ, ਵੀ ਰੱਬ ਨੂੰ ਪਾਵਾਂਗੇ, ਪਰ ਜੇਲ੍ਹ ਪ੍ਰਾਪਤ ਹੋ ਗਈ। ਕਹੋ ਸਤਨਾਮ ਸੀ। ਜੇਲ੍ਹਾਂ 'ਚ ਬੈਠੇ ਆ, ਕਾਰਨ ਪਾਪ। ਕਾਇਆ ਅੰਦਰ ਪਾਪ ਪੁੰਨ ਦੋਨੇ ਭਾਈ, ਇਹ ਦੋਨੇ ਸਰੀਰ ਵਿੱਚ ਹੈਗੇ ਆ, ਅਤੇ ਇਹਨਾਂ ਦੇ ਕਾਰਨ ਹੀ ਦੁਨੀਆ ਦੁੱਖ ਭੋਗਦੀ ਆ। ਸੁੱਖ ਹੈ ਵਿੱਚ ਵਿਚਾਰ ਦੇ। ਤੋ ਸ਼ਬਦ ਜਿਹੜਾ ਹੈ ਨਾ, ਇਹ ਗਿਆਨ ਦਿੰਦਾ ਮਨੁੱਖ ਨੂੰ, ਗੁਰਬਾਣੀ ਗਿਆਨ ਦਿੰਦੀ ਹੈ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਅੰਡੇ ਨਾਮ ਧਿਆਵਣਿਆ। ਜਿਵੇਂ ਜਿਵੇਂ ਨਾਮ ਜਪਾਂਗੇ ਤਿਵੇਂ ਤਿਵੇਂ ਮਨੁੱਖ ਨੂੰ ਸੋਝੀ ਆਉਂਦੀ ਆ, ਗਿਆਨ ਹੁੰਦਾ ਹੈ। ਅੰਤਰ ਜੋਤ ਪ੍ਰਗਟ ਪਾਸਾਰਾ, ਜਿਸ ਤਰ੍ਹਾਂ ਹਨੇਰੇ ਕਮਰੇ ਵਿੱਚੋਂ ਸਾਨੂੰ ਦਿਸਦਾ ਨਹੀਂ ਕੀ ਕੁਝ ਪਿਆ ਹੈ, ਜਦ ਉੱਥੇ ਲਾਈਟ ਜਗਾ ਦਈਏ ਤਾਂ ਸਾਰੇ ਕਮਰੇ ਵਿੱਚ ਪਿਆ ਸਮਾਨ ਦਿਸਣ ਲੱਗ ਜਾਂਦਾ ਹੈ। ਪੇਟੀ ਪਈ ਹੈ, ਅਲਮਾਰੀ ਪਈ ਹੈ, ਹੋਰ ਵਸਤੂਆਂ ਪਈਆਂ, ਹਨੇਰੇ ਦੇ ਵਿੱਚ ਨਹੀਂ ਦਿਸਦਾ। ਇਸੇ ਤਰ੍ਹਾਂ ਦੁਨੀਆ ਦਾ ਅਗਿਆਨਤਾ ਵਿੱਚ ਨਹੀਂ ਪਤਾ ਲੱਗਦਾ, ਗਿਆਨ ਨਾਲ ਹੀ ਪਤਾ ਲੱਗਦਾ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਅੰਡੇ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ। ਜਦੋਂ ਗੁਰੂ ਦੇ ਕੋਲ ਬੈਠ ਕੇ ਇਸ ਗੱਲ ਦਾ ਗਿਆਨ ਪ੍ਰਾਪਤ ਕੀਤਾ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਅੰਧਿਆਰਾ ਭਾਵ ਹਨੇਰਾ, ਹਨੇਰੇ ਤੋਂ ਭਾਵ ਇੱਥੇ ਅਗਿਆਨਤਾ ਹੈ। ਜਿਹੜਾ ਰਾਤ ਵਾਲਾ ਹਨੇਰਾ ਜਾਂ ਮੱਸਿਆ ਦਾ ਹਨੇਰਾ, ਇਹ ਤਾਂ ਆਪਾਂ ਚੱਕ ਲਿਆ। ਪਹਿਲਾਂ ਅੱਗ ਪੈਦਾ ਹੋ ਗਈ, ਫਿਰ ਅੱਗੇ ਚੱਲ ਕੇ ਬੰਦੇ ਨੂੰ ਜਿਵੇਂ ਜਿਵੇਂ ਪਰਮੇਸ਼ਰ ਨੇ ਕਿਰਪਾ ਕੀਤੀ, ਦਿਮਾਗ ਬਖਸ਼ਿਆ, ਸਾਇੰਸਦਾਨਾਂ ਨੇ ਬਿਜਲੀ ਤਿਆਰ ਕਰ ਲਈ। ਇਹ ਬਿਜਲੀ ਵੀ ਭੱਜ ਜਾਂਦੀ ਸੀ, ਲੜੀ ਟੁੱਟ ਜਾਂਦੀ ਸੀ, ਤਾਂ ਅਸੀਂ ਬੈਟਰੀਆਂ ਤਿਆਰ ਕਰ ਲਈਆਂ। ਹੁਣ ਜਦੋਂ ਮਰਜ਼ੀ ਜਗਾ ਲਓ, ਭੱਜ ਜੇ। ਪਰ ਜਿਹੜੀ ਅਗਿਆਨਤਾ ਹੈ ਉਹ ਹਜੇ ਸਾਇੰਸ ਦੇ ਹੱਥ ਨਹੀਂ ਆਈ ਵੀ ਇਹ ਕਿਵੇਂ ਭੱਜੂ। ਜੇ ਸੋ ਜੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਗੈਰ ਗਿਆਨਤਾ ਦੂਰ ਨਹੀਂ ਹੁੰਦੀ। ਔਰ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਚਾਨਣ 'ਚ ਵੀ ਕੰਮ ਨਹੀਂ ਕਰਨ ਦਿੰਦਾ। ਜੇ ਸੈਂਕੜੇ ਚੰਦਰਮਾ, ਹਜ਼ਾਰਾਂ ਸੂਰਜ ਚੜ੍ਹੇ ਹੋਣ, ਪਰ ਅਨਪੜ੍ਹ ਬੰਦਾ ਹੋਵੇ, ਗੁਰੂ ਤੋਂ ਗਿਆਨ ਨਹੀਂ ਲਿਆ ਅੱਖਰਾਂ ਦਾ, ਮਾਸਟਰ ਤੋਂ ਅੱਖਰਾਂ ਦਾ ਗਿਆਨ ਨਹੀਂ ਲਿਆ, ਅਤੇ ਸੈਂਕੜੇ ਸੂਰਜਾਂ ਦੇ ਸਾਹਮਣੇ ਵੀ ਉਹ ਕਿਤਾਬ ਨਹੀਂ ਪੜ੍ਹ ਸਕਦਾ। ਇਹ ਹੈ ਅਗਿਆਨਤਾ ਦਾ ਹਨੇਰਾ। ਕਹੋ ਸਤਨਾਮ ਸੀ। ਅਗਿਆਨਤਾ ਦਾ ਹਨੇਰਾ ਗੁਰੂ ਕਿਰਪਾ ਨਾਲ ਹੀ ਚੱਕਿਆ ਜਾਂਦਾ ਹੈ। ਗੁਰ ਸਾਖੀ ਮਿਟਿਆ ਅੰਧਿਆਰਾ। ਜਦੋਂ ਗੁਰੂ ਕੋਲ ਬੈਠ ਕੇ ਪੜ੍ਹਦੇ ਹਾਂ, ਗੁਰੂ ਕੋਲ ਬੈਠ ਕੇ ਪੁੱਛਦੇ ਹਾਂ, ਤਾਂ ਗੁਰੂ ਹੀ ਅਗਿਆਨਤਾ ਦਾ ਹਨੇਰਾ ਦੂਰ ਕਰਦਾ। ਅਤੇ ਜਦੋਂ ਹੀ ਅਗਿਆਨਤਾ ਦੂਰ ਹੋਈ, ਅੰਦਰ ਗਿਆਨ ਪ੍ਰਗਟ ਹੋਇਆ, ਅਤੇ ਬੰਦਾ ਖੁਸ਼ ਹੋ ਗਿਆ, ਖਿੜ ਗਿਆ, ਹਿਰਦਾ ਖਿੜ ਗਿਆ, ਦਿਮਾਗ ਖਿੜ ਗਿਆ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਜੋਤੀ ਜੋਤ ਮਿਲਾਉਣਾ, ਸਿਮਰਨ ਕਰਨਾ। ਆਪਣੀਆਂ ਅੱਖਾਂ ਦੀ ਜੋਤ ਨੂੰ ਚਿਹਰੇ ਨਾਲ ਜੋੜ ਕਰਕੇ, ਆਪਣੇ ਹੀ ਚਿਹਰੇ ਨਾਲ, ਦੂਜੇ ਦੇ ਚਿਹਰੇ ਨਾਲ ਨਹੀਂ, ਆਪਣੇ ਹੀ ਚਿਹਰੇ ਨਾਲ ਜੋੜ ਕੇ ਜੋਤੀ ਜੋਤ ਨੂੰ ਮਿਲਾ ਕੇ ਜਦੋਂ ਵਾਹਿਗੁਰੂ ਮੰਤਰ ਦਾ ਸਿਮਰਨ ਕੀਤਾ, ਤਾਂ ਹਿਰਦਾ ਰੂਪੀ ਕਮਲ ਖਿੜ ਗਿਆ, ਦਿਮਾਗ ਰੂਪੀ ਕਮਲ ਖਿੜ ਗਿਆ, ਭਾਵ ਗਿਆਨ ਹੋ ਗਿਆ, ਸੋਝੀ ਆ ਗਈ। ਗਿਆਨ ਦੇ ਵਿੱਚ ਹੀ ਖੁਸ਼ੀ ਹੈ ਨਾ। ਜਿੰਨਾ ਚਿਰ ਕਿਸੇ ਚੀਜ਼ ਦਾ ਗਿਆਨ ਨਹੀਂ, ਉਹਨਾਂ ਚਿਰ ਸਾਡੇ ਅੰਦਰ ਖੁਸ਼ੀ ਪੈਦਾ ਨਹੀਂ ਹੋਈ। ਜਦੋਂ ਕਿਸੇ ਚੀਜ਼ ਦਾ ਗਿਆਨ ਪੈਦਾ ਹੋ ਗਿਆ, ਉਹਦੀ ਖੁਸ਼ੀ ਪੈਦਾ ਹੋ ਗਈ।
ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਨਿਆ। ਤੇ ਜਦੋਂ ਹਿਰਦਾ ਰੂਪੀ ਕਮਲ ਖਿੜਿਆ ਤੇ ਅੰਦਰ ਮਹਿਲ ਰਤਨੀ ਭਰੇ ਭੰਡਾਰਾ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਗੁਰ ਕੀ ਸਿੱਖ ਸੁਣੀ। ਸਰੀਰ ਰੂਪੀ ਮਹਿਲ ਦੇ ਅੰਦਰ ਜੋ ਹੀਰੇ ਜਵਾਹਰਾਤਾਂ ਦਾ ਖਜ਼ਾਨਾ ਭਰਿਆ ਪਿਆ ਹੈ, ਜੋ ਭੰਡਾਰਾ ਭਰਿਆ ਪਿਆ ਹੈ, ਉਹ ਪਹਿਲਾਂ ਨਹੀਂ ਦਿਸੇ। ਕਦੋਂ ਦਿਸੇ? ਜਦੋਂ ਗੁਰੂ ਕੋਲ ਗਿਆ। ਜਿਸ ਤਰ੍ਹਾਂ ਸੰਸਾਰੀ ਉਦਾਹਰਨ ਦਈਏ, ਜਦੋਂ ਅਸੀਂ ਮਾਸਟਰ ਕੋਲੋਂ ਸਿੱਖਿਆ, ਅੱਖਰਾਂ ਦਾ ਗਿਆਨ ਲਿਆ ਤੇ ਅੱਖਰਾਂ ਦਾ ਗਿਆਨ ਹੋ ਕੇ ਖੁਸ਼ੀ ਹੋਈ। ਹੁਣ ਆਪਾਂ ਨੂੰ ਗੁਰਮੁਖੀ ਤਾਂ ਆਉਂਦੀ ਹੈ, ਅੰਗਰੇਜ਼ੀ ਦੇ ਅੱਖਰ ਨਹੀਂ ਆਉਂਦੇ, ਤੇ ਅੰਗਰੇਜ਼ੀ ਦੀ ਕਿਤਾਬ ਸਾਡੇ ਵਾਸਤੇ ਅਗਿਆਨਤਾ ਹੈ। ਜੇ ਕਿਤੇ ਉਹਦਾ ਵੀ ਗਿਆਨ ਹੋ ਜਾਵੇ ਤੇ ਉਹਦੇ ਅੱਖਰਾਂ ਦੀ ਸਮਝ ਵੀ ਆਉਣ ਲੱਗ ਜੇ। ਚਲੋ ਖੈਰ, ਜਦੋਂ ਗੁਰੂ ਦੇ ਕੋਲ ਬੈਠ ਕੇ ਇਹ ਗਿਆਨ ਪ੍ਰਾਪਤ ਕੀਤਾ ਕਿ ਸਾਡੇ ਅੰਦਰ ਕੀ ਕੁਝ ਹੈ, ਸਾਡੇ ਸਰੀਰ ਦੇ ਵਿੱਚ ਕੀ ਕੁਝ ਰੱਖਿਆ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਦੋਂ ਅਸੀਂ ਅੰਦਰ ਜਾਵਾਂਗੇ ਗੁਰੂ ਦੀ ਕਿਰਪਾ ਲੈ ਕੇ, ਗੁਰ ਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੁਖ ਪਾਇਆ। ਹਿਰਦਾ ਰੂਪੀ ਕਮਲ ਖਿੜ ਗਿਆ, ਸੁਖ ਮਿਲਿਆ, ਜੋਤੀ ਜੋਤ ਮਿਲਾਵਣਿਆ। ਜਦੋਂ ਗੁਰੂ ਨੇ ਸਾਨੂੰ ਵੇਖਣ ਦਾ ਢੰਗ ਦੱਸਿਆ ਕਿ ਵੇਖਣਾ ਕਿਵੇਂ ਆ। ਹਜੇ ਸਾਨੂੰ ਵੇਖਣਾ ਨਹੀਂ ਆਇਆ, ਸੁਣਨਾ ਨਹੀਂ ਆਇਆ, ਬੋਲਣਾ ਨਹੀਂ ਆਇਆ। ਕਹਿਣੀ, ਬਹਿਣੀ, ਨਹਿਣੀ, ਸਹਿਣੀ, ਇਹ ਚੀਜ਼ਾਂ ਗੁਰੂ ਕੋਲੋਂ ਸਿੱਖੀਆਂ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਗੁਰਮੁਖ ਬਣ ਕੇ, ਭਾਵ ਗੁਰੂ ਵਾਲੇ ਬਣ ਕੇ ਜਦੋਂ ਅੰਦਰ ਜਾਵਾਂਗੇ ਤੇ ਸਾਡੇ ਸਰੀਰ ਰੂਪੀ ਮਹਿਲ ਵਿੱਚ, ਕਿੱਥੇ ਹੈ ਮਹਿਲ? ਗਲੇ ਤੋਂ ਉੱਪਰ। ਮੁਸਲਮਾਨਾਂ ਨੇ ਕਿਹਾ ਆਕਾਸ਼ ਦੇ ਵਿੱਚ ਹੈ, ਹਿੰਦੂ ਕਹਿੰਦੇ ਦਵਾਰਕਾਪੁਰੀ 'ਚ ਹੈ, ਅਯੁੱਧਿਆਪੁਰੀ 'ਚ ਹੈ। ਗੁਰੂ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਹੀ ਹੈ, ਬਾਹਰ ਜਾਣ ਦੀ ਲੋੜ ਨਹੀਂ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਦਰ ਬਾਹਰ ਸੁਹੇਲਾ ਜੀਓ। ਉਹ ਫਿਰ ਹਰ ਥਾਂ 'ਤੇ ਸੁਖੀ ਹੈ, ਦੁਨੀਆ ਵਿੱਚ ਵੀ ਤੇ ਆਪਦੇ ਅੰਦਰ ਵੀ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਹਿਰਦਾ ਸੁਖੀ ਹੈ ਤੇ ਬਾਹਰ ਵੀ ਸੁੱਖ ਹੈ। ਜੇ ਅੰਦਰ ਚਿੰਤਾ ਹੈ ਤੇ ਬਾਹਰ ਵੀ ਚੰਗਾ ਨਹੀਂ ਲੱਗਦਾ। ਜੇ ਬੰਦਾ ਅੰਦਰੋਂ ਟੈਨਸ਼ਨ ਵਿੱਚ ਹੈ, ਚਿੰਤਾ ਵਿੱਚ ਹੈ, ਤੇ ਦੁਨੀਆ ਦੇ 36 ਪ੍ਰਕਾਰ ਦੇ ਪਦਾਰਥ ਵੀ ਚੰਗੇ ਨਹੀਂ ਲੱਗਦੇ। ਇਹ ਵੀ ਉਦੋਂ ਚੰਗੇ ਲੱਗਦੇ ਜੋ ਅੰਦਰੋਂ ਸੁੱਖ ਹੋਵੇ। ਅੰਦਰਲਾ ਤੇ ਬਾਹਰਲਾ ਦੋਨੇ ਸੁੱਖਾਂ ਨੂੰ ਪ੍ਰਾਪਤ ਕਰਨ ਦਾ ਢੰਗ ਗੁਰੂ ਨੂੰ ਪੁੱਛਿਆ ਤੇ ਗੁਰੂ ਕਹਿੰਦੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਸ ਵਾਹਿਗੁਰੂ ਮੰਤਰ ਨੇ ਹੀ ਸਾਡੇ ਦਿਮਾਗ ਤੋਂ ਹੰਕਾਰ ਦੇ ਵਿਕਾਰਾਂ ਦੇ ਪਰਦੇ ਦੂਰ ਕਰਤੇ, ਸੋਝੀ ਹੋ ਗਈ। ਜਿਵੇਂ ਕਿਸੇ ਕਮਰੇ ਵਿੱਚ ਲਾਈਟ ਜਗਾਉਣ 'ਤੇ ਉਹਦਾ ਸਾਰਾ ਸਮਾਨ ਦਿਸ ਗਿਆ, ਗੁਰੂ ਦਾ ਗਿਆਨ ਹੋਣ 'ਤੇ ਸਰੀਰ ਦਾ ਅੰਦਰਲਾ ਪਾਸਾ ਦਿਸ ਗਿਆ ਵੀ ਇਹਦੇ ਵਿੱਚ ਕੀ ਕੁਝ ਭਰਿਆ। ਕੋਈ ਮੰਗਤਾ ਮੰਗਦਾ ਫਿਰਦਾ ਹੈ, ਮੈਂ ਬਹੁਤ ਗਰੀਬ ਹਾਂ, ਮੈਨੂੰ ਕੁਛ ਦੇ ਦੇ। ਬਹੁਤ ਸਿਆਣੇ ਗੁਰਮੁਖ ਨੇ ਉਹਨੂੰ ਗਿਆਨ ਕਰਾਉਣ ਵਾਸਤੇ ਪੁੱਛਿਆ ਵੀ ਮੈਂ ਤੈਨੂੰ ਦੇ ਦਿਆਂਗਾ, ਤੂੰ ਗਰੀਬ ਹੈ, ਤੂੰ ਇੱਦਾਂ ਕਰ, ਆ ਇੱਕ ਹੱਥ ਮੈਨੂੰ ਦੇ ਦੇ। ਲੈ, ਕਹਿੰਦਾ ਮੈਂ ਕੀ ਕਰੂੰਗਾ? ਕਹਿੰਦਾ ਤੈਨੂੰ ਮੈਂ ਲੱਖ ਰੁਪਈਆ ਦੇ ਦੂੰਗਾ, ਆ ਇੱਕ ਹੱਥ ਵੱਢ ਕੇ ਗੁੱਟ ਕੋਲੋਂ ਮੈਨੂੰ ਦੇ ਦੇ। ਕਹਿੰਦਾ ਲੈ, ਤੇ ਫਿਰ ਤੂੰ ਕਿਵੇਂ ਕਹਿਣਾ ਵੀ ਤੂੰ ਗਰੀਬ ਹੈ ਬਈ? ਚੱਲ ਆਏ ਕਰ, ਤੈਨੂੰ ਮੈਂ 5 ਲੱਖ ਦੇ ਦੂੰਗਾ, ਆ ਅੱਖਾਂ ਮੈਨੂੰ ਦੇ ਦੇ। ਕਹਿੰਦੇ ਲੈ, ਅੱਖਾਂ ਬਿਨਾਂ ਮੈਂ ਕੀ ਕਰੂੰਗਾ? 5 ਲੱਖ ਰੁਪਏ ਦੀਆਂ ਤੇਰੀਆਂ ਅੱਖਾਂ ਵਿਕਦੀਆਂ। ਕਹਿੰਦਾ ਨਾ ਨਾ ਨਾ, ਮੈਂ ਨਹੀਂ ਵੇਚਣੀਆਂ 5 ਲੱਖ ਦੀਆਂ। ਫਿਰ ਤੂੰ ਕਿਵੇਂ ਕਹਿਣਾ ਮੈਂ ਗਰੀਬ ਹਾਂ? ਕਹੋ ਸਤਿਨਾਮ ਸ੍ਰੀ। ਭਾਵ ਸਾਡੇ ਸਰੀਰ ਦਾ ਕਿੰਨਾ ਮੁੱਲ ਹੈ ਸਾਨੂੰ ਪਤਾ ਨਹੀਂ। ਅੱਜ ਤਾਂ ਸਾਇੰਸ ਨੂੰ ਪਤਾ ਲੱਗ ਗਿਆ ਨਾ, ਆਹ ਗੁਰਦੇ ਵਿਕ ਜਾਂਦੇ ਆ ਕਰੋੜਾਂ ਦੇ।
ਲੋਕ ਵੇਚ ਦਿੰਦੇ ਆ। ਅੱਖਾਂ ਵੀ ਅੱਗੇ ਕਿਸੇ ਦੇ ਕੰਮ ਆ ਜਾਂਦੀਆਂ। ਇਹਦਾ ਮਤਲਬ ਸਾਡੇ ਸਰੀਰ ਦਾ ਕੋਈ ਮੁੱਲ ਹੀ ਨਹੀਂ, ਇੰਨਾ ਕੀਮਤੀ ਹੈ, ਬੇਸ਼ਕੀਮਤੀ ਆ। ਕਬੀਰ ਸਾਹਿਬ ਜੀ ਕਹਿੰਦੇ, कबीर कहता हूँ कह जात हूँ, कहता हूँ ढोल बजाए, तीन लोक का मोल है सवासा विरथा जाए। शरीर तो छड्डो, साडे सवास का ही कोई मुल नहीं हैगा। शरीर का मुल तो सवासा करके ही है ना। तो कबीर साहब जी कहते एक एक सवास का मुल तिन्ना लोकां दे बराबर है। जदों सवास ना आया उदों दस्सिओ इहदा की मुल है। किसी घर के मैंबर नूं बीमार होण ते उहदी जान निकल जाती है तो असीं डॉक्टर नूं की कहने आ, जिन्ने मर्जी पैसे लग जाण बंदा बचा। इहदा मतलब उत्थे पैसिਆਂ ਦਾ कोई मुल नहीं, उत्थे शरीर का मुल है, जान का मुल है। कहो सतनाम श्री। ਇਹਦਾ मतलब ਸਾਡਾ शरीर बड़ा कीमती आ। पर ਇਹਦੇ बारे गुरु ने दस्सिया, मानस जन्म दुलंभ है, मानस जन्म दुलंभ है। मानस जन्म दुलंभ गुरमुख पाया। गुरमुखां नूं पता लग्या भी दुर्लभ शरीर है। मन तन होए चुलंभ, जे सतगुर भाया ये होर भी कीमती हो सकता है, सोहना बन सकता है। जे गुरु नूं भा जावे, जे गुरु नूं चंगा लग जावे, होर भी इहदी कीमत पै सकती है, वरना अग च मचाउण वाला ही है। कबीर बाबा फरीद जी कहते, फरीदा जो सिर साई ना निवै, जिहड़ा सिर गुरु अगे झुकदा नहीं, तो झुकना केवल थल्ले बैठ के मत्था टेकना नहीं, झुकना मतलब गुरमत अनुसार चलना। ऐ तो फिर शिकारी भी झुकदा जदों मिर्ग नूं मारदा, खिंचण लग्या तीर जां बंदूक चलाउण लग्या। सीस नवाया क्या थीया जां हृदय कसुद्धै जाए, अंदरों झुकण की गल कीती आ। ते जिहड़ा अंदरों झुकदा नहीं गुरु दे चरनां 'च, ਉਹਦੇ बारे बाबे फरीद ने की दस्सिया, फरीदा जो सिर साई ना निवै, सो सिर कीजै काए, कुन्ने हेठ जलाई है, बालन संधे थाए। कुन्ना कहते हैं गड्ढे तौड़े नूं, अग मचाउण वास्ते चुੱਲ੍ਹੇ ਵਿੱਚ पानी गर्म करते हैं ना। गड्ढे तौड़े पहलां हुंदे सीगे, अजकल नवें डिजाइन के इंस्ट्रूमेंट आ गए, हीटर आ गए, होर कुछ आ गए, बहुत कुछ गीजर आ गए। तो कुन्ना है गड्ढिया तौड़ा, ਜਿਹਦੇ ਥੱਲੇ ਆਪਾਂ ਕੂੜ ਕਵਾੜ ਪਾ ਦਿੰਦੇ ਹਾਂ। ਪਿੰਡਾਂ ਦੇ ਵਿੱਚ ਵੇਖੋ, ਗੋਹਿਆਂ ਦਾ ਬਚੀ ਹੋਈ ਕਰੀ ਅਤੇ ਹੋਰ ਬਚਿਆ ਖੁਚਿਆ ਸਮਾਨ ਜਿਹੜਾ ਕੰਮ ਦਾ ਨਹੀਂ, ਆਪਾਂ ਉਹ ਗੱਡੇ ਤੌੜੇ ਥੱਲੇ ਸਿੱਟੀ ਜਾਂਦੇ ਹਾਂ ਵੀ ਚੱਲ ਨਾਲੇ ਪਾਣੀ ਗਰਮ ਹੋ ਜਾਊਗਾ, ਨਾਲੇ ਇਹ ਦੁਖੜਾ ਛੁੱਟ ਜਾਊਗਾ। ਫਰੀਦਾ ਜੋ ਸਿਰ ਸਾਈ ਨਾ ਨਿਭੈ, ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ, ਬਾਲਣ ਸੰਧੈ ਥਾਏ। फरीदा जो सिर साई ना निवै, सो सिर दीजै डार। जिस पिंजर से बिरहा नहीं, जिस पिंजरे विच गुरु का बराग पैदा नहीं होया, वो सिर तो कराउना की है। सो पिंजर लै जार, मचाओ परे इहो जे पिंजरे नूं, जे शरीर दे विच परमेश्वर का प्यार ही नहीं है। इस करके अंदर महल रत्नी भरे भंडारा, साडे शरीर दे विच की कुछ रखिया परमेश्वर ने, ये गुरु दसूगा। कि वो गरीब बंदा जिहड़ा मंगदा फिरदा सी, उस महापुरुष ने जदों कहा बई तैनूं 5 लाख दे देना, अखां मैनूं दे दे, कहंदा ना ना मेरा की बनूगा। तो फिर तू किवें कहना मैं गरीब हाँ। मेहनत करो, किरत करो, नाम जपो, वंड छको, ये शरीर एडा कीमती तुहानूं दिता, ਇਹਦੇ ਨਾਲ ਕਿਰਤ ਕਰਕੇ ਖਾਓ। ਪ੍ਰੀਤਮ ਜੀ कहते, अंदर महल रत्नी भरे भंडारा, साडे शरीर ਦੇ अंदर बहुत कुछ रखिया। आ डॉक्टरां ਦੇ दिमाग ਵਿੱਚ ਕੀ ਕੁਝ ਰੱਖਿਆ, ਕਿੰਨੀ ਕਮਾਈ ਕਰਦੇ ਆ ਉਹ ਆਪਣੀ ਮਿਹਨਤ ਦੇ ਨਾਲ। ਜਿਨ੍ਹਾਂ ਨੇ ਪੜ੍ਹਾਈਆਂ ਕੀਤੀਆਂ, ਦਿਮਾਗ ਦੇ ਵਿੱਚੋਂ ਪੜ੍ਹਾਈ ਪੈਦਾ ਕਰ ਲਈ, ਮੱਤ ਵਿੱਚ ਰਤਨ ਜਵਾਹਰ, ਹੋਰ ਕੰਚ ਦੀਆਂ ਗੋਲੀਆਂ ਥੋੜ੍ਹਾ ਪਈਆਂ ਅੰਦਰ, ਕੋਈ ਕੰਚ ਦੇ ਨਗ ਥੋੜ੍ਹਾ ਹੀ ਪਏ ਆ ਹੀਰੇ ਜਵਾਹਰਾਤ। ਇਹ ਸ਼ਬਦ ਹੀ ਹੀਰੇ ਜਵਾਹਰਾਤਾਂ ਤੋਂ ਮਹਿੰਗੇ ਹਨ। ਡਾਕਟਰਾਂ ਦੇ ਦਿਮਾਗ ਦਾ ਗਿਆਨ ਕਿੰਨਾ ਮਹਿੰਗੇ, ਅਸੀਂ ਕਿੰਨੀਆਂ ਫੀਸਾਂ ਦਿੰਦੇ ਹਾਂ। ਮਾਸਟਰਾਂ ਦੇ ਦਿਮਾਗ ਦਾ ਗਿਆਨ ਕਿੰਨਾ ਮਹਿੰਗਾ ਹੈ।
ਵਰਕਸ਼ਾਪਾਂ ਵਾਲੇ ਮਿਸਤਰੀਆਂ ਦੇ ਦਿਮਾਗ ਦਾ ਗਿਆਨ ਕਿੰਨਾ ਮਹਿੰਗਾ, ਉਹਦੇ ਕਰਕੇ ਤਾਂ ਸਾਥੋਂ ਦਿਹਾੜੀ ਲੈਂਦੇ ਆ, ਪੈਸੇ ਲੈਂਦੇ ਆ। ਅਗਲਿਆਂ ਨੇ ਗਿਆਨ ਨੂੰ ਪ੍ਰਗਟ ਕਰ ਲਿਆ, ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ। ਉਹਨਾਂ ਨੇ ਕਿਸੇ ਗੁਰੂ ਦੇ ਡੰਡੇ ਖਾਧੇ। ਜਿਹੜੇ ਡਾਕਟਰ ਬਣੇ ਉਹਨਾਂ ਨੇ ਵੀ ਕਿਤੋਂ ਸਿੱਖਿਆ, ਮਾਸਟਰਾਂ ਨੇ ਵੀ ਸਿੱਖਿਆ, ਮਿਸਤਰੀਆਂ ਵਰਕਸ਼ਾਪਾਂ ਵਾਲਿਆਂ ਨੇ ਵੀ ਕਿਤੋਂ ਸਿੱਖਿਆ। ਆਪਣਾ ਦਿਮਾਗ ਐਕਟੀਵੇਟ ਕਰਕੇ ਅੱਜ ਉਸ ਦੇ ਨਾਲ ਉਹ ਕਮਾਈ ਕਰ ਰਹੇ ਨੇ। ਲਓ ਜੀ, ਦਿਮਾਗ ਦੇ ਨਾਲ ਕਮਾਈ ਕਰਕੇ ਹੁਣ ਜਿੰਨੇ ਮਰਜ਼ੀ ਹੀਰੇ ਖਰੀਦ ਲਓ, ਮੋਤੀ ਖਰੀਦ ਲਓ, ਸੋਨਾ ਚਾਂਦੀ ਖਰੀਦ ਲਓ। ਤਾਂ ਕੱਢਿਆ ਕਿੱਥੋਂ? ਦਿਮਾਗ ਦੇ ਗਿਆਨ 'ਚੋਂ। ਮੱਤ ਵਿੱਚ ਰਤਨ ਜਵਾਹਰ ਮਾਨਕ। ਦੇਖੋ ਸਾਇੰਟੀਫਿਕ ਗੱਲਾਂ ਮੇਰੇ ਪ੍ਰੀਤਮ ਦੀਆਂ, ਬਾਬੇ ਨਾਨਕ ਦੀਆਂ। ਪਰ ਨਿਕਲੂ ਕਿਵੇਂ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਕੋਲੋਂ ਪੁੱਛਿਆ ਹੋਊਗਾ, ਗੁਰੂ ਦੀ ਸਿੱਖਿਆ ਲਊਗੇ। ਗੁਰਾਂ ਇੱਕ ਦੇਹ ਬੁਝਾਈ ਤੇ ਗੁਰੂ ਨੇ ਕੀ ਸਿੱਖਿਆ ਦਿੱਤੀ? ਇਹ ਸਰੀਰ ਦੀ ਜਾਣਕਾਰੀ ਦਿੱਤੀ, ਦੇਹ ਦੀ ਜਾਣਕਾਰੀ ਦਿੱਤੀ। ਤੇ ਮੈਂ ਬੇਨਤੀ ਕਰਦਾ ਪਾਤਸ਼ਾਹ ਨੂੰ ਕਿਰਪਾ ਕਰੀ ਮੈਨੂੰ ਇਹ ਗੱਲ ਭੁੱਲੇ ਨਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰ ਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੁਖ ਪਾਇਆ। ਕਮਲ ਹਿਰਦਾ ਰੂਪੀ ਦਿਮਾਗ ਰੂਪੀ ਕਮਲ ਖਿੜ ਗਿਆ, ਖੁੱਲ ਗਿਆ, ਐਕਟੀਵੇਟ ਹੋ ਗਿਆ। ਕੰਪਿਊਟਰ ਨੂੰ ਵੀ ਕਹਿੰਦਾ ਫੰਕਸ਼ਨ ਖੁੱਲ੍ਹਦਾ ਨਹੀਂ, ਉਹ ਖੁੱਲ੍ਹ ਗਿਆ ਜਦੋਂ ਤੇ ਗਾਂਹ ਦੀ ਗਾਂਹ ਚੱਲ ਪਿਆ। ਇਵੇਂ ਸਾਡਾ ਦਿਮਾਗ ਅਜੇ ਬੰਦ ਪਿਆ, ਜਦੋਂ ਖੁੱਲ੍ਹ ਗਿਆ ਤੇ ਫਿਰ ਪਤਾ ਨਹੀਂ ਇਹਦੇ ਵਿੱਚੋਂ ਗਾਂਹ ਦੀ ਗਾਂਹ ਕਿੰਨੇ ਫੰਕਸ਼ਨ ਨਿਕਲਣੇ ਆ। ਪ੍ਰੀਤਮ ਜੀ ਕਹਿੰਦੇ ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਗੁਰੂ ਵਾਲੇ ਬਣ ਕੇ ਜਦੋਂ ਅੰਦਰੋਂ ਨਾਮ ਪ੍ਰਾਪਤ ਕੀਤਾ, ਅਪਾਰ ਜਿਹੜਾ ਬੇਅੰਤ ਹੈ, ਜਿਹਦਾ ਅੰਤ ਕੋਈ ਨਹੀਂ ਹੈ। ਨਾਮ ਅਪਾਰਾ ਬੇਅੰਤ, ਜਿਹਦਾ ਅੰਤ ਕੋਈ ਨਹੀਂ। ਤੁਸੀਂ ਕਹਿੰਦੇ ਹੋ ਕੰਪਿਊਟਰ 'ਚ ਬੜੇ ਫੰਕਸ਼ਨ ਹੈ, ਉਦੋਂ ਜ਼ਿਆਦਾ ਫੰਕਸ਼ਨ ਮਨੁੱਖ ਦੇ ਦਿਮਾਗ 'ਚ ਹੈ। ਜੇ ਕਿਤੇ ਖੁੱਲ੍ਹ ਜੇ ਕਹੋ ਸਤਨਾਮ। ਖੁੱਲ੍ਹਦਾ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ। ਚਾਰ ਤਰ੍ਹਾਂ ਦੇ ਗੁਰੂ ਹੈ। ਪਹਿਲਾ ਗੁਰੂ ਮਾਤਾ ਹੈ, ਫਿਰ ਪਿਤਾ ਹੈ, ਫਿਰ ਮਾਸਟਰ ਅਧਿਆਪਕ ਆਦਿ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ। ਤੇ ਚੌਥਾ ਹੈ ਪਰਮੇਸ਼ਰ ਗੁਰੂ, ਉਹ ਹੈ ਗੁਰੂ ਨਾਨਕ ਗੁਰੂ, ਗੁਰਬਾਣੀ ਗੁਰੂ। ਇਹ ਤਿੰਨਾਂ ਗੁਰੂਆਂ ਦੀ ਮੱਤ ਲੈ ਲਈ ਆ। ਪਰ ਜੇ ਗੁਰੂ ਨਾਨਕ ਗੁਰੂ ਦੀ ਮੱਤ ਨਹੀਂ ਲਈ ਤੇ ਇਹ ਤਿੰਨਾਂ ਦੀ ਮੱਤ ਫੇਲ ਆ। ਕਹੋ ਸਤਨਾਮ। ਭਾਵ ਸੰਸਾਰੀ ਤੌਰ 'ਤੇ ਵਰਤ ਲਓਗੇ, ਦਰਗਾਹ ਦੇ ਵਿੱਚ ਇਹ ਕੰਮ ਨਹੀਂ ਆਉਣ ਵਾਲੀ। ਦਰਗਾਹ ਵੀ ਜਾਣ ਵਾਸਤੇ ਪਰਮੇਸ਼ਰ ਗੁਰੂ ਦੀ, ਭਾਵ ਗੁਰੂ ਨਾਨਕ ਦੀ ਗੁਰਬਾਣੀ ਦੀ ਮੱਤ ਵੀ ਜ਼ਰੂਰੀ ਆ। ਉਹ ਤਿੰਨ ਵੀ ਜ਼ਰੂਰੀ ਆ ਰੋਜੀ ਚਲਾਉਣ ਵਾਸਤੇ। ਮਾਂ ਨੇ ਸਿੱਖਿਆ ਦਿੱਤੀ, ਪਿਓ ਨੇ ਸਿੱਖਿਆ ਦਿੱਤੀ, ਅਧਿਆਪਕਾਂ ਤੋਂ, ਮਾਸਟਰਾਂ ਤੋਂ, ਵਰਕਸ਼ਾਪਾਂ ਨੇ, ਉਸਤਾਦਾਂ ਤੋਂ ਸਿੱਖਿਆ ਲਈ। ਉਹ ਸਰੀਰ ਚਲਾਉਣ ਵਾਸਤੇ ਜ਼ਰੂਰੀ ਆ। ਪਰ ਸੁਰਤ ਨੂੰ ਸ਼ਬਦ ਨਾਲ ਮਿਲਾਉਣ ਵਾਸਤੇ ਪਰਮੇਸ਼ਰ ਗੁਰੂ ਨਾਨਕ ਦੀ ਸਿੱਖਿਆ ਵੀ ਜ਼ਰੂਰੀ ਆ। ਚਾਰਾਂ ਦੀ ਜ਼ਰੂਰੀ ਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਗੁਰਦੇਵ ਸਖਾ ਅਗਿਆਨ ਬੰਧ, ਅਗਿਆਨ ਭੰਜਨ। ਗੁਰਦੇਵ ਬੰਧ ਸਹੋਦਰਾ। ਕਿੰਨੇ ਗੁਰਦੇਵ ਮਿਲੇ? ਬੰਧ ਪਰ ਰਿਸ਼ਤੇਦਾਰਾਂ 'ਚੋਂ ਵੀ ਗਿਆਨ ਮਿਲ ਗਿਆ। ਸਹੋਦਰ ਵੱਡੇ ਛੋਟੇ ਭਰਾ ਤੋਂ ਵੀ ਗਿਆਨ ਮਿਲ ਸਕਦਾ। ਕਹੋ ਸਤਨਾਮ ਸ੍ਰੀ। ਸਹੋਦਰ ਭਰਾ ਨੂੰ ਕਹਿੰਦੇ ਆ, ਵੱਡੇ ਨੂੰ। ਵੱਡੇ ਭਰਾ ਤੋਂ ਗਿਆਨ ਮਿਲਿਆ। ਗੁਰਦੇਵ ਬੰਧ ਪ ਸਹੋਦਰਾ, ਗੁਰਦੇਵ ਸਖਾ ਅਗਿਆਨ ਭੰਜਨ। ਦੋਸਤਾਂ ਮਿੱਤਰਾਂ ਤੋਂ ਵੀ ਗਿਆਨ ਮਿਲ ਸਕਦਾ, ਪਤਾ ਨਹੀਂ ਕਿੱਥੋਂ ਮਿਲ ਜੇ। ਕਹੋ ਸਤਨਾਮ ਸੀ। ਭਾਈ ਗੁਰਦਾਸ ਜੀ ਆ ਰਹੇ ਨੇ ਬਾਹਰੋਂ, ਕਾਫੀ ਸਮਾਂ ਪ੍ਰਚਾਰ ਕਰਕੇ। ਚੌਥੇ ਪਾਤਸ਼ਾਹ ਨੇ ਭੇਜੇ ਸੀ। ਤੀਜੇ ਪਾਤਸ਼ਾਹ ਜੀ ਦੇ ਭਤੀਜੇ ਲੱਗਦੇ ਨੇ ਇਹ। ਚੌਥੇ ਪਾਤਸ਼ਾਹ ਪੰਜਵੇਂ ਨੂੰ ਗੱਦੀ 'ਤੇ ਬਿਠਾ ਗਏ। ਤੇ ਭਾਈ ਗੁਰਦਾਸ ਜੀ ਨੂੰ ਬਾਹਰ ਪ੍ਰਚਾਰ ਕਰਦਿਆਂ ਪਤਾ ਲੱਗਿਆ ਵੀ ਪੰਜਵੇਂ ਪਾਤਸ਼ਾਹ ਗੱਦੀ 'ਤੇ ਬਹਿ ਗਏ, ਚੌਥੇ ਸਰੀਰ 'ਤੇ ਆ ਕੇ। ਤੇ ਆਪਾਂ ਫਿਰ ਪਹੁੰਚਦੇ ਹਾਂ ਆਖਰੀ ਸਮੇਂ ਦੇ ਮੁਤਾਬਕ ਵੀ ਯਾਰ ਚਲੋ। ਜਦੋਂ ਬਿਆਸਾ ਲੰਘਣ ਲੱਗੇ ਨਾ, ਤੇ ਬਿਆਸਾ ਚੜ੍ਹੀ ਹੋਈ ਆ। ਹੁਣ ਬਿਆਸਾ ਨੂੰ ਕਿਵੇਂ ਪਾਰ ਕਰੀਏ? ਸਲਾਹ ਬਣੀ ਵੀ ਯਾਰ ਗੁਰੂ ਨੇ ਬਾਣੀ 'ਚ ਗਿਆਨ ਦਿੱਤਾ ਵੀ ਮੂਲ ਮੰਤਰ ਪੜ੍ਹੋ, ਨਾਮ ਜਪੋ ਤੇ ਪਾਸਾ ਪਾਰ ਹੋ ਸਕਦੀ ਆ। ਤੇ ਭਾਈ ਸਾਹਿਬ ਜੀ ਕਿਨਾਰੇ 'ਤੇ ਖੜ੍ਹ ਕੇ ਕਹਿੰਦੇ ਦੂਜੀ ਸੰਗਤ ਨੂੰ, ਕਹਿੰਦੇ ਤੁਸੀਂ ਟੱਪੋ ਤੇ ਮੈਂ ਟਪਾਉਣਾ। ਉਹ ਨਾਮ ਜਪਣ ਲੱਗੇ। ਬਿਆਸਾ ਕਹਿੰਦੇ ਨੀਵਾਂ ਉਤਰ ਗਿਆ ਤੇ ਦੁਨੀਆ ਸੰਗਤ ਟੱਪ ਗਈ ਤੇ ਭਾਈ ਸਾਹਿਬ ਵੀ ਟੱਪ ਗਏ। ਥੋੜ੍ਹਾ ਮਾਣ ਜਾ ਹੋ ਗਿਆ ਵੀ ਦੇਖੋ ਮੈਂ ਸੰਗਤ ਨੂੰ ਪਾਰ ਕਰਤਾ। ਕਹੋ ਸਤਨਾਮ ਸ੍ਰੀ। ਅਗਲੇ ਪਾਸੇ ਲੰਘੇ। ਇੱਕ ਦਿਮਾਗ 'ਚ ਫੁਰਨਾ ਆਇਆ ਵੀ ਜਿਹੜਾ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਛੋਟੇ ਨੂੰ ਗੱਦੀ ਦਿੱਤੀ ਆ, ਪਤਾ ਨਹੀਂ ਕਾਬਲ ਹੈ ਵੀ ਕਿ ਨਹੀਂ। ਕਹੋ ਸਤਨਾਮ ਸ੍ਰੀ। ਇਹ ਦਿਮਾਗ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ। ਗੁਰੂ 'ਤੇ ਸ਼ੰਕਾ ਪੈਦਾ ਹੋਣਾ ਬਹੁਤ ਮਾੜੇ ਕਰਮਾਂ ਦੀ ਗੱਲ ਹੈ। ਸ਼ੰਕਾ ਜਦ ਪੈਦਾ ਹੋਇਆ ਨਾ,
थोड़ी दूरी ते बच्चे खेडी जाते हैं, गुल्ली डंडा कोई होर खेड, खुदो खुंडी कोई खेड खेडी जाते हैं, छोटे छोटे 5-7-10 बच्चे रल के। तो एक बच्चे ने टोना मारिया, ਉਹਦੀ गुल्ली दन पई, कुछ भी होया, वो जितया। तो खुशी च कहना, ओए गुरु जो करदा ठीक ही करदा। ਹੁਣ ਕਿਹਾ ਤਾਂ ਉਹਨੇ ਆਪਦੇ ਵਾਸਤੇ ਸੀਗਾ, ਪਰ ਇਹ ਗੱਲ ਭਾਈ ਗੁਰਦਾਸ ਦੇ ਵੀ ਚੋਟ ਕਰ ਗਈ। ਕਹਿੰਦੇ ਓਏ ਮੂਰਖਾ, ਉਹ ਜਵਾਕ ਤਾਂ ਸੱਚੀ ਮੰਨੀ ਜਾਂਦੇ ਆ ਵੀ ਗੁਰੂ ਜੋ ਕਰਦਾ ਠੀਕ ਕਰਦਾ, ਤੇ ਤੂੰ ਗੁਰੂ ਤੇ ਸ਼ੰਕਾ ਕਰੀ ਜਾਂਦਾ ਵੀ ਪਤਾ ਨਹੀਂ ਉਹ ਕਾਬਲ ਵੀ ਹੋਊ ਕਿ ਨਾ, ਛੋਟਾ ਬੱਚਾ। ਉੱਥੇ ਦਿਮਾਗ ਦੇ ਵਿੱਚੋਂ ਧਿਆਨ ਕਰੋ, 2 ਮਿੰਟ ਦੀ ਗੱਲ ਆ। ਤਾਂ ਹੁਣ ਕੀ ਹੋਇਆ, ਭਾਈ ਗੁਰਦਾਸ ਜੀ ਜਦ ਗੁਰੂ ਅਰਜਨ ਦੇਵ ਕੋਲ ਪਹੁੰਚੇ ਨਾ, ਅੱਛਾ ਭਾਈ ਫਿਰ ਸੰਗਤ ਕਰਤੀ ਪਾਰ, ਥੋੜ੍ਹਾ ਜਿਹਾ ਮਾਣ ਹੋਇਆ ਸੀ, ਦੂਰ ਕੀਤਾ। ਪਾਤਸ਼ਾਹ ਦੂਰ ਕਰਦਾ ਤੁਰੰਤ ਸਿੱਖ ਦੇ ਹੰਕਾਰ ਨੂੰ, ਸੰਗਤ ਫਿਰ ਪਾਰ ਲਾਤੀ ਹੈ, ਮਹਾਰਾਜ ਤੁਹਾਡੀ ਕਿਰਪਾ ਨਾਲ ਚਲੋ। ਉਹ ਵੀ ਯਾਦ ਆ ਗਈ ਗੱਲ। ਫਿਰ ਗਾਂ ਬੱਚੇ ਕੀ ਕਹਿੰਦੇ ਸੀਗੇ, ਫਿਰ ਤਾਂ ਲੰਮਾ ਹੀ ਲਿਟ ਗਿਆ, ਕਹਿੰਦੇ ਵਾਹ ਮਹਾਰਾਜ ਤੁਸੀਂ ਤਾਂ ਜਾਨੀ ਜਾਨ ਅੰਤਰਜਾਮੀ ਸਾਰਾ ਕੁਛ ਹੋ। ਮੈਂ ਸ਼ੰਕਾ ਕੀਤਾ ਸੀਗਾ ਵੀ ਚੌਥੇ ਪਾਤਸ਼ਾਹ ਨੇ ਤਾਂ ਬੱਚਾ ਗੱਦੀ 'ਤੇ ਬਿਠਾਇਆ, ਪਤਾ ਨਹੀਂ ਕਾਬਲ ਹੈ ਕਿ ਨਹੀਂ ਹੈ, ਪਰ ਉਹ ਬੱਚਿਆਂ ਨੇ ਮੇਰਾ ਸ਼ੰਕਾ ਕਰਤਾ ਅਤੇ ਇੱਥੇ ਤੁਸੀਂ ਕਰਤਾ, ਹੁਣ ਮੈਨੂੰ ਕੋਈ ਸ਼ੰਕਾ ਨਹੀਂ। ਤਾਂ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਸਾਰੇ ਸ਼ੰਕੇ ਨਿਮਿਰਤ ਹੋ ਜਾਂਦੇ ਆ। ਗੁਰਸਾਖੀ ਮਿਟਿਆ ਅੰਧਿਆਰਾ, ਜਦੋਂ ਗੁਰੂ ਦੇ ਕੋਲ ਬੈਠ ਕੇ ਪੁੱਛਦੇ ਆ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਬਣ ਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਨਿਆ। ਇਹ ਨਾਮ ਦੇ ਵਿੱਚ ਲਾਹਾ ਹੀ ਆ, ਹਮੇਸ਼ਾ ਹੀ ਮਿਲੂਗਾ ਜਿਹੜਾ, ਇਹਦੇ ਵਿੱਚ ਘਾਟਾ ਨਹੀਂ ਹੈ। ਗੁਰਮੁਖ ਬਣ ਕੇ, ਗੁਰੂ ਵਾਲੇ ਬਣ ਕੇ ਜਦੋਂ ਵਪਾਰ ਕਰਾਂਗੇ ਨਾ, ਫਿਰ ਲਾਹਾ ਮਿਲਦਾ, ਨਾਮ ਸਦ, ਹਮੇਸ਼ਾ ਇਹ 'ਚ ਘਾਟਾ ਨਹੀਂ। ਕਈ ਵਾਰੀ ਬਾਬੇ ਨਾਨਕ ਤੋਂ ਹਿਸਾਬ ਕਿਤਾਬ ਲਿਆ, ਅਖੀਰ ਤੇ ਬਾਬਾ ਧਰ ਕੇ ਕੁੰਜੀਆਂ ਬੇਬੇ ਨਾਨਕੀ ਕੋਲ, ਕਹਿੰਦਾ ਭੈਣੇ ਆ ਚੱਕ ਚਾਬੀਆਂ, ਮੈਂ ਨਹੀਂ ਇਹ ਕੰਮ ਕਰਨਾ ਜਿਹ 'ਚੋਂ ਘਾਟਾ ਪੈਂਦਾ। ਕਹੋ ਸਤਨਾਮ ਸ੍ਰੀ, ਮੈਂ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਜਿਹਦੇ 'ਚੋਂ ਘਾਟਾ ਪੈਂਦਾ ਹੋਵੇ। ਬੇਬੇ ਨਾਨਕੀ ਬਰਾਕ ਕਰਨ ਲੱਗੀ, ਨਹੀਂ ਵੀਰਾ ਤੂੰ ਜਾ ਨਾ ਸਾਨੂੰ ਛੱਡ ਕੇ, ਤੂੰ ਸਾਨੂੰ ਛੱਡ ਕੇ ਨਾ ਜਾ, ਜੇ ਤੈਨੂੰ ਘਾਟਾ ਵੀ ਪਊਗਾ ਅਸੀਂ ਘਰੋਂ ਪੂਰਾ ਕਰ ਦਿਆਂਗੇ। ਕਹਿੰਦੇ ਭੈਣੇ ਹੁਣ ਮੈਂ ਇਹ ਕੰਮ ਕਰਨਾ ਹੀ ਨਹੀਂ ਗਾ, ਪਰ ਆਹ ਕੰਮ ਆਪਾਂ ਨੂੰ ਕਰਨ ਨੂੰ ਕਿਹਾ, ਇਹ 'ਚੋਂ ਘਾਟਾ ਪੈਣਾ ਹੀ ਨਹੀਂ। ਕਹੋ ਸਤਨਾਮ, ਬੰਦੇ ਨੂੰ ਉਹ ਕੰਮ ਕਰਨਾ ਚਾਹੀਦਾ ਜਿਹੜਾ ਘਾਟਾ ਪਵੇ ਹੀ ਨਾ। ਗੁਰਮੁਖ ਬਣ ਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ, ਆਪੇ ਵੱਥ ਰਾਖੇ ਆਪੇ ਦੇ। ਵੱਥ ਵਸਤੂ ਸਾਡੇ ਦਿਮਾਗ 'ਚ ਪਰਮੇਸ਼ਰ ਨੇ ਰੱਖੀ ਆ, ਪਰ ਕਰਤੈ ਵੱਥ ਰਾਖੀ ਉਸ ਪਰਮੇਸ਼ਰ ਨੇ ਵਸਤੂ ਦਿਮਾਗ 'ਚ ਰੱਖੀ, ਉੱਤੋਂ ਮਿਲਾਤਾ ਤਾਲਾ ਤੇ ਕੁੰਜੀ ਗੁਰ ਸੌਂਪਾਈ। ਕਹਿੰਦੇ ਹੁਣ ਜਿੰਨਾ ਚਿਰ ਮਾਤ ਲੋਕ ਵਿੱਚ ਜਾ ਕੇ ਜਨਮ ਲੈ ਕੇ ਮਨੁੱਖਾ ਜਾਮਾ ਲੈ ਕੇ ਜਿੰਨਾ ਚਿਰ ਗੁਰੂ ਕੋਲ ਨਹੀਂ ਜਾਂਦਾ, ਇਹ ਗੇਟ ਬੰਦ ਰਹੂਗਾ। ਕਹੋ ਸਤਨਾਮ ਸ੍ਰੀ। ਕੋਠ ਰਹਿ ਮੈਂ ਕੋਠਰੀ, ਕਬੀਰ ਸਾਹਿਬ ਜੀ ਵੀ ਕਹਿੰਦੇ, ਕੋਠ ਰਹਿ ਮੈਂ ਕੋਠਰੀ, ਪਰਮ ਕੋਠੀ ਵਿਚਾਰ। ਪਰਮ ਕੋਠੀ ਵੱਡਾ ਵਧੀਆ, ਸਭ ਤੋਂ ਉੱਤਮ ਕੋਠੀ। ਜਿਵੇਂ ਘਰ ਪਾਇਆ, ਘਰ ਨੂੰ ਬਾਉਂਡਰੀ ਕੀਤੀ, ਫਿਰ ਗਾਂਹ ਕਮਰੇ ਬਣਾਏ, ਫਿਰ ਕਮਰਿਆਂ ਵਿੱਚੋਂ ਇੱਕ ਸੈਪਰੇਟ ਕਮਰਾ 4 ਛਪੇਰਿਓਂ ਜਿਹੜਾ ਕਿ ਸੇਫਟੀ 'ਚ ਹੈ, ਸੀਕਰੇਟ ਹੈ। ਫਿਰ ਉਸ ਕਮਰੇ ਦੇ ਵਿੱਚ ਅਸੀਂ ਖਜ਼ਾਨਾ ਰੱਖਿਆ। ਬੈਂਕ ਵਿੱਚ ਜਾ ਕੇ ਦੇਖ ਲਓ, ਜਿੱਥੇ ਉਹਨਾਂ ਦਾ ਪੈਸਿਆਂ ਵਾਲਾ ਵੱਡਾ ਖਜ਼ਾਨਾ, ਉਹ ਸਾਰੇ ਬੈਂਕ ਦੇ ਐਨ ਸੈਂਟਰ ਜਿਹੇ ਦੇ ਵਿੱਚ ਜਾ ਕੇ ਬਣਾਇਆ, ਤਾਂ ਕਿ ਇੱਥੇ ਕੋਈ ਸਾਨੂੰ ਨਾ ਲੱਗ ਸਕੇ। ਸਾਡੇ ਦਿਮਾਗ ਦੇ ਵਿੱਚ ਐਸਾ ਖਜ਼ਾਨਾ ਰੱਖਿਆ ਜਿਹਨੂੰ 4 ਛਪੇਰਿਓਂ ਬੰਦ ਕੀਤਾ। ਸਰੀਰ ਕੋਠਾ, ਕੋਠਰੇ ਮੈਂ ਕੋਠਰੀ, ਦਿਮਾਗ ਕੋਠੀ। ਇਹਦੇ ਵਿੱਚ ਫਿਰ ਅੱਗੇ ਜਾ ਕੇ 10ਵਾਂ ਦੁਆਰਾ ਸੈਂਟਰ ਦੇ ਵਿੱਚ ਤਾਲੂਏ ਦੇ ਹੇਠਾਂ ਕੋਠ ਰਹਿ ਮੈਂ ਕੋਠਰੀ, ਪਰਮ ਕੋਠੀ ਵਿਚਾਰ। ਉਹਦੇ ਵਿੱਚ ਪਰਮੇਸ਼ਰ ਨੇ ਗਿਆਨ ਰੱਖਿਆ। ਉਸ ਕੋਠੀ ਵਿੱਚ ਕੀਮਤੀ ਵਸਤੂ ਗਿਆਨ ਰੱਖਿਆ। ਉਸ ਗਿਆਨ ਦੇ ਬਾਰੇ ਆਪੇ ਵੱਥ ਰਾਖੈ ਆਪੇ ਦੇ, ਉਹਦੀ ਜਾਣਕਾਰੀ ਹੁਣ ਉਹਨੇ ਆਪ ਹੀ ਦੇਣੀ ਆ ਸਾਨੂੰ। कोठ रह मैं कोठरी परम कोठी विचार, गुर दीनी वस्त कबीर को। गुरु साहब ने वो ज्ञान कबीर नूं दिता। कबीरा ली संभार, कबीर ने संभाल ली।
ਹੁਣ ਕਬੀਰ ਨੂੰ ਵੀ ਹੁਕਮ ਸੀਗਾ ਵੀ ਅੱਗੇ ਵੰਡ ਦੀ, ਪਰ ਹੁਣ ਵੰਡੇ ਕਿਹਨੂੰ? ਕਬੀਰਾ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਕਬੀਰ ਤੋਂ ਵੀ ਅੱਗੇ ਗਿਆਨ ਉਹਨਾਂ ਨੇ ਲਿਆ ਜਿਨ੍ਹਾਂ ਨੇ ਵੱਡੇ ਭਾਗ ਸੀ। ਗੁਰੂ ਵੰਡ ਨਹੀਂ ਆਇਆ, ਪਰ ਕੋਈ ਆ ਕੇ ਭੁੱਖ ਤਾਂ ਕਰੇ, ਕੋਈ ਭਾਂਡਾ ਤਾਂ ਸਾਫ਼ ਕਰਕੇ ਲਿਆਵੇ ਯਾਰ ਪਾਉਣ ਵਾਸਤੇ। ਦੁੱਧ ਪਾਉਣ ਵਾਸਤੇ ਵੀ ਭਾਂਡਾ 50 ਵਾਰੀ ਦੇਖਦੇ ਆ ਸਾਫ਼ ਹੈ ਕਿ ਨਹੀਂ। ਫਿਰ ਇਹ ਕਿੰਨੀ ਕੀਮਤੀ ਵਸਤੂ ਹੈ ਜਿਹਦਾ ਗਿਆਨ ਸਾਨੂੰ ਗੁਰੂ ਕੋਲੋਂ ਪ੍ਰਾਪਤ ਕਰਨਾ ਹੈ, ਫਿਰ ਕਿਵੇਂ ਪ੍ਰਾਪਤ ਹੋਵੇਗਾ? ਆਪੇ ਬੱਥ ਰੱਖੈ ਆਪੇ ਦੇ। ਮਨੁੱਖ ਨੇ ਅੰਦਰ ਬੱਥ ਰੱਖੀ ਹੈ ਪਰਮੇਸ਼ਰ ਨੇ ਮਨੁੱਖ ਦੇ ਦਿਮਾਗ 'ਚ, ਤੇ ਪਰਮੇਸ਼ਰ ਦਾ ਦੂਜਾ ਰੂਪ ਦੁਨੀਆ ਵਿੱਚ ਗੁਰੂ ਹੈ। ਗੁਰੂ ਚਾਬੀ ਲਾ ਕੇ ਖੋਲ ਕੇ ਦਿੰਦਾ ਕਿ ਨਿਆ ਤੇਰੇ ਵਾਸਤੇ ਗਿਆਨ। ਸੁੱਖ ਹੈ ਵਿੱਚ ਗਿਆਨ ਦੇ, ਸਤਿਗੁਰ ਸ਼ਰਨ ਪਿਆ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਆਪੇ ਵੱਥ ਰੱਖੈ ਆਪੇ ਦੇ। ਗੁਰਮੁਖ ਬਣ ਜਾ ਕਈ ਕੇ ਭਾਵ ਕੋਈ ਕੋਈ ਗੁਰ ਵਾਲਾ ਬਣ ਕੇ ਉਸ ਦਾ ਵਪਾਰ ਕਰਦਾ। ਬਣ ਜੇ ਵਪਾਰ ਕਰਨਾ, ਲੈਣ ਦੇਣ ਕਰਨਾ। ਕੋਈ ਬਿਰਲਾ ਬਿਰਲਾ ਲੈਣ ਦੇਣ ਕਰਦਾ ਗੁਰੂ ਕੋਲੇ ਜਾ ਕੇ, ਮੈਨੂੰ ਇਹ ਚੀਜ਼ ਦੇ ਦਿਓ ਜੀ। ਕਈਆਂ ਨੂੰ ਮੰਗਦਿਆਂ ਵੀ ਨਹੀਂ ਮਿਲਦੀ। ਰਵਿਦਾਸ ਭਗਤ ਜੀ ਕੋਲ ਗਏ, ਰਾਜਾ ਸਾਹਿਬ ਆ ਦਿਓ ਜੀ ਮੈਨੂੰ ਅਮਰ ਦਿਓ। ਕਹਿੰਦੇ ਅੰਮ੍ਰਿਤ ਲਓ। ਕਿਰਪਾ ਦ੍ਰਿਸ਼ਟੀ ਕੀਤੀ, ਚੂੜਾ ਦਿੱਤਾ ਭਰ ਕੇ ਜਲ ਦਾ, ਪਰ ਸ਼ੰਕਾ ਕਰ ਗਿਆ ਉਹ ਹੋਵੇ ਤਾਂ ਜੋੜਿਆਂ ਵਾਲਾ ਪਾਣੀ ਹੈ, ਤੇ ਚੱਕ ਕੇ ਚੋਲੇ 'ਚ ਹੀ ਡੋਲ ਲਿਆ, ਤੇ ਉਹ ਗਾਂਹ ਜਾ ਕੇ ਕਮਾਲੀ ਲੈ ਗਈ। ਕਹੋ ਸਤਨਾਮ ਸ੍ਰੀ। ਇਸ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰਨ। ਆਖਰੀ ਪੰਕਤੀ, ਆਖਰੀ ਪਦਾ। ਆਪੇ ਵੱਥ ਰੱਖੈ ਆਪੇ ਦੇ। ਗੁਰਮੁਖ ਬਣ ਜਾਏ ਕੇ। ਕੋਈ ਵਿਰਲਾ ਵਿਰਲਾ ਇਹ ਵਪਾਰ ਕਰਦਾ ਹੈ, ਤੇ ਜਿਹੜਾ ਕਰਦਾ ਹੈ ਉਹ ਕੌਣ ਹੈ? ਅਮੁੱਲ ਗੁਣ ਅਮੁੱਲ ਵਪਾਰ। ਉਹ ਵਪਾਰੀ ਵੀ ਅਮੁੱਲ ਹੋ ਗਿਆ। ਬਾਬਾ ਆਤਰ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਆਨੰਦ ਸਿੰਘ, ਹੋਰ ਮਹਾਂਪੁਰਸ਼ ਕਿੰਨੇ, ਸੰਤ ਜਰਨੈਲ ਸਿੰਘ ਜੀ, ਜਿਨ੍ਹਾਂ ਨੇ ਇਸ ਚੀਜ਼ ਦਾ ਮੁੱਲ ਦਾ ਵਪਾਰ ਕੀਤਾ, ਵਸਤੂ ਦਾ, ਗੁਰਬਾਣੀ ਦਾ, ਆਪਣੇ ਅੰਦਰ ਜਿਨ੍ਹਾਂ ਨੇ ਲਿਆ ਸ਼ਬਦ ਨੂੰ, ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਉਹ ਰੂਹਾਂ ਵੀ ਪੂਜਣਯੋਗ ਹੋ ਗਈਆਂ। 15 ਭਗਤ ਗੁਰਬਾਣੀ ਵਿੱਚ ਬਿਰਾਜਮਾਨ ਹੈ। ਹੋਰ ਕਿਤਨੇ ਰਿਸ਼ੀ ਮੁਨੀ ਜਿਨ੍ਹਾਂ ਜਦ ਕਰਦੇ ਆ, ਕਿਉਂਕਿ ਉਹਨਾਂ ਦਾ ਮੁੱਲ ਕਿਉਂ ਪੈ ਗਿਆ? ਉਹਨਾਂ ਨੇ ਵਪਾਰ ਹੀ ਵੱਡਾ ਕਰ ਲਿਆ। ਕਹੋ ਸਤਨਾਮ ਸ੍ਰੀ। ਦੁਨੀਆ ਸੋਚਦੀ ਹੈ ਕੋਈ ਕੋਠੀ ਕਰੋੜਾਂ ਦੀ ਹੋਵੇ, ਕੋਈ ਕਰੋੜਾਂ ਦੀ ਕਾਰ ਹੋਵੇ ਤਾਂ ਸਾਡਾ ਮੁੱਲ ਵੱਧ ਹੋਣਾ, ਪਰ ਗੁਰੂ ਕਹਿੰਦਾ ਨਹੀਂ, ਇਹ ਤਾਂ ਸਭ ਮਿੱਟੀ 'ਚ ਮਿਲ ਜਾਣਗੇ। ਸਿਕੰਦਰ ਵਰਗੇ, ਅਸ਼ੋਕ ਵਰਗੇ, ਰਾਵਣ ਵਰਗੇ, ਦੁਰਯੋਧਨ ਵਰਗੇ, ਸਭ ਮਿੱਟੀ 'ਚ ਮਿਲ ਗਏ। ਤੁਸੀਂ ਤਾਂ ਕਰੋੜ ਦੀ ਗੱਲ ਕਰਦੇ ਹੋ, ਲੰਕਾ ਹੀ ਸੋਨੇ ਦੀ ਬਣਾਈ ਬੈਠਾ ਸੀ। ਕਹੋ ਸਤਨਾਮ। 1 ਲੱਖ ਪੂਟ, 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚੇ ਆ। ਤਾਂ ਕੌਣ ਅਮੁੱਲ ਹੋਏ? ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ। ਆਪੇ ਵੱਥ ਰੱਖੈ ਆਪੇ ਦੇ। ਗੁਰਮੁਖ ਬਣ ਜਾ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ। ਵਾਹਿਗੁਰੂ ਇਹ ਵੀ ਉਹ ਕਿਰਪਾ ਦ੍ਰਿਸ਼ਟੀ ਵੀ ਕਰਦਾ ਨਾਲ। ਅਰਜਨ ਨੂੰ ਕਹਿੰਦਾ ਕ੍ਰਿਸ਼ਨ ਦੇਖ ਮੈਂ ਕੌਣ ਆ, ਪਰ ਤੈਨੂੰ ਕੀ ਦਿਸਣਾ? ਤੂੰ ਤਾਂ ਕਹਿੰਦਾ ਰਿਸ਼ਤੇਦਾਰ ਆ ਮੇਰਾ। ਤੈਨੂੰ ਪਹਿਲਾਂ ਮੈਂ ਅੱਖਾਂ ਦੇਵਾਂ, ਫਿਰ ਤੈਨੂੰ ਪਤਾ ਲੱਗੂ ਮੈਂ ਕੌਣ ਆ। ਤੇ ਕਹਿੰਦੇ ਕ੍ਰਿਸ਼ਨ ਜੀ ਨੇ ਫਿਰ ਉਹਨੂੰ ਦਿਵ ਦ੍ਰਿਸ਼ਟੀ ਦਿੱਤੀ, ਪਹਿਲਾਂ ਅਰਜਨ ਪਾਂਡਵ ਨੂੰ, ਤੇ ਫਿਰ ਅਰਜਨ ਪਾਂਡਵ ਨੇ ਦਿਵ ਦ੍ਰਿਸ਼ਟੀ ਲੈ ਕੇ ਜਦ ਵੇਖਿਆ ਕ੍ਰਿਸ਼ਨ ਜੀ ਨੂੰ, ਕਹਿੰਦੇ ਵਾਹ ਤੁਸੀਂ ਤਾਂ ਵਿਰਾਟ ਹੋ। ਕਹੋ ਸਤ, ਤੁਸੀਂ ਤਾਂ ਬੜੇ ਮਹਾਨ ਹੋ। ਕਿਸੇ ਮੂੰਹ 'ਚੋਂ ਅੱਗ ਨਿਕਲ ਰਹੀ ਆ, ਕਿਸੇ 'ਚੋਂ ਪਾਣੀ ਨਿਕਲਿਆ, ਕਿਸੇ 'ਚੋਂ ਰੂਹਾਂ ਨਿਕਲ ਰਹੀਆਂ, ਕਿਸੇ 'ਚ ਮਰ ਕੇ ਰੂਹਾਂ ਸਮਾ ਰਹੀਆਂ। ਉਹ ਸਾਰਾ ਵਿਰਾਟ ਉਹਨਾਂ ਨੇ ਸੈਂਸ ਨੇ ਬਣਾ ਕੇ ਦਿਖਾਤਾ ਟੀਵੀ 'ਤੇ, ਆਪਾਂ ਨੂੰ ਸਮਝਾਉਣਾ ਸੌਖਾ ਹੋ ਗਿਆ। ਅਸਲ ਵਿੱਚ ਪਰਮੇਸ਼ਰ ਦਾ ਵਿਰਾਟ ਸਰੂਪ ਹੀ ਕ੍ਰਿਸ਼ਨ ਹੈ। ਤੇ ਕ੍ਰਿਸ਼ਨ ਦਾ ਦੂਸਰਾ ਅਰਥ ਕੇਵਲ ਦੁਆਰਕਾ ਵਾਲਾ ਕ੍ਰਿਸ਼ਨ ਹੀ ਨਹੀਂ, ਉਹ ਪਰਮੇਸ਼ਰ ਹੈ। ਖੈਰ, ਜਿਸ ਨਦਰ ਨਾਨਕ ਜਿਸ ਨਦਰ ਕਰੇ ਸੋ ਪਾਏ। ਕਰ ਕਿਰਪਾ ਮਨ ਵਸਾਵਨੇ ਆ। ਜਿਨ੍ਹਾਂ 'ਤੇ ਉਹ ਕਿਰਪਾ ਦ੍ਰਿਸ਼ਟੀ ਕਰਦਾ ਉਹਨਾਂ ਨੂੰ ਸਮਝ ਆਉਂਦੀ ਹੈ, ਤੇ ਉਹ ਲੈ ਕਰਕੇ ਉਹ ਸਮਝ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਆ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅੱਜ ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਜੋ ਸਤਿਗੁਰੂ ਪਾਤਸ਼ਾਹ ਜੀ ਦੇ ਤੀਸਰੇ ਸਪੁੱਤਰ ਹਨ, ਜਿਨ੍ਹਾਂ ਨੇ ਸਰਹੰਦ ਦੀਆਂ ਜੜ੍ਹਾਂ ਹਿਲਾ ਕੇ ਰੱਖਤੀਆਂ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਕਹੋ ਸਤਨਾਮ ਸ੍ਰੀ। ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਨ। ਬਹੁਤ ਛੋਟੀ ਉਮਰ ਦੇ ਵਿੱਚ ਛੋਟੀਆਂ ਜਿੰਨਾ ਵੱਡੇ ਸਾਕੇ ਕਰਕੇ ਮੁਗਲ ਰਾਜ ਦੀਆਂ ਜੜ੍ਹਾਂ ਖਤਮ ਕਰਨ ਵਾਲੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ। ਚੌਥੇ ਨੰਬਰ 'ਤੇ ਹੈ ਬਾਬਾ ਫਤਿਹ ਸਿੰਘ ਜੀ। ਜੁਝਾਰ ਸਿੰਘ, ਜ਼ੋਰਾਵਰ ਸਿੰਘ,
ਤੇ ਫਤਿਹ ਸਿੰਘ, ਇਹ ਤਿੰਨ ਪੁੱਤਰ ਮਾਤਾ ਸਾਹਿਬ ਆਪਣੀ ਮਾਤਾ ਜੀਤੋ ਜੀ ਦੇ ਆ, ਤੇ ਵੱਡਾ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮਾਤਾ ਸੁੰਦਰ ਕੌਰ ਜੀ ਦੇ ਸੀ। ਔਰ ਤਿੰਨ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ, ਜਿਨ੍ਹਾਂ ਦੇ ਵਿੱਚੋਂ ਜੁਝਾਰ ਸਿੰਘ ਤਾਂ ਤਕੜਾ ਹੋ ਗਿਆ, ਵੱਡਾ ਹੋ ਗਿਆ, ਪਰ ਜੋਰਾਵਰ ਸਿੰਘ ਤੇ ਫਤਿਹ ਸਿੰਘ ਛੋਟੇ ਸਨ, ਜਿਨ੍ਹਾਂ ਦਾ ਬਾਂਹ ਮਾਤਾ ਜੀਤੋ ਨੇ ਵਸਦੇ ਰਸਦੇ ਆਨੰਦਪੁਰ ਵਿਚਲੇ ਸਰੀਰ ਛੱਡ ਕੇ ਉਹਨਾਂ ਦੀ ਬਾਂਹ ਦਾਦੀ ਨੂੰ ਫੜਾਈ ਸੀ, ਮਾਤਾ ਗੁਜਰੀ ਜੀ ਨੂੰ, ਕਿ ਮਾਤਾ ਜੀ ਹੁਣ ਇਹਨਾਂ ਦੀ ਸੇਵਾ ਸੰਭਾਲ ਤੁਸੀਂ ਕਰਨੀ ਆ। ਉਹ ਤੀਸਰੇ ਨੰਬਰ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਲੱਖ ਲੱਖ ਵਧਾਈਆਂ। ਵਿਚਾਰਾ ਇੱਥੇ ਰੋਕਦੇ ਆ। ਅਗਲਾ ਸ਼ਬਦ ਹੈ ਆਪੇ ਸੇਵਾ ਲਾਏ ਦਾ ਪਿਆਰਾ, ਆਪੇ ਭਗਤ ਉਮਾਹਾ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਕਿਵੇਂ ਸਾਡੇ ਹਿਰਦੇ ਵਿੱਚ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਜਿਹੜੀ ਹੈ ਦਾਤ ਵਸਦੀ ਆ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ